आओ अज तुहानूं दिखाते हैं DC दफ्तर जलंधर। अज पेरेंट्स दे वलों बहुत ही वड्डी तादाद दे विच रोस प्रदर्शन किया गया फीसां दे खिलाफ। जो प्राइवेट स्कूल दे वलों फीसां लईआं जा रही ने उन्हां दे खिलाफ रोस प्रदर्शन किया गया। पेरेंट्स दे वलों DC साहब तो टाइम भी लिया गया सी और अज दा टाइम सी और उन्होंने कहा कि सारे जने ना आओ, 5 परसन अंदर आओ। उन्होंने मुताबिक 5 प्रदर्शन शांतमई अंदर गए। जब अंदर गए तो उन्होंने मुलाजमान ने कहा कि DC साहब इतने बैठे नहीं हैं। तो पेरेंट्स के वलों बहुत ही इस गल का गुस्सा किया गया और उन्होंने कहा कि टाइम लैन के बावजूद भी DC साहब कितना जा सकते हैं। तो आओ तुम दिखाते हैं वीडियो बेस्ट न्यूज़ चैनल पर। समझ जाए पर मैनू नहीं लगता कि गुरु दे विच करुणा किते रह गई आ, क्योंकि वह किसी का बदुआ होकर रह गया होया, बच चुका होया आ। जे असीं अपने समाज नूं अपने देश नूं उन्नत बनाना आ, भ्रष्टाचार मुक्त बनाना आ, ते सानू पढ़ाई दी, साडे बच्चिआं नूं पढ़ाई दी, सानू ज्ञान की बहुत ज़्यादा जरूरत आ। जो सानू एक गुरु दे सकता है या माता पिता दे सकते हैं। माता पिता का असीं वड्डी तादाद दे विच इकट्ठे हो गए हैं, पर सानू गुरुआं का साथ भी चाहिए कि साडे नाल होण वाली जिहड़ा धक्का आ एनुअल फंड, बिल्डिंग फंड, वो चीज़ों का साडा धक्का बंद किया जाए, साडा साथ दिता जाए। मैं DC साहब नूं भी कहांगा कि प्लीज़ बाहर आण अपने ऑफिस तो और साडा मंग पत्र साडे तो कबूल करन और साडा साथ देण। सो बिल्कुल जी फीस वसूली जा रही है, ये जायज़ है। देखो बाबा जी, मैं पहला तो सारा धन्यवाद करदा जी सारे लोग वाहिगुरू जी का खालसा वाहिगुरू जी की फतेह सुणाउणा जी। ਤੇ ਦੇਖੋ ਜਿਹੜਾ ਧੱਕਾ ਦੀ ਗੱਲ ਤੁਸੀਂ ਕਰਦੇ ਹੋ ਜੀ, ਮੈਂ ਉਹੀ ਗੱਲ ਕਰ ਰਿਹਾ ਕਿ ਸਕੂਲ ਐਸੋਸੀਏਸ਼ਨ ਪਹਿਲਾਂ ਤਾਂ ਪੰਜਾਬ ਗੌਰਮੈਂਟ ਦੇ ਫੈਸਲੇ ਦੇ ਅਗੇਂਸਟ ਹਾਈ ਕੋਰਟ ਜਾਂਦੇ ਨੇ। ਹਾਈ ਕੋਰਟ ਇੱਕ ਫੈਸਲਾ ਦਿੰਦਾ ਹੈ, ਅੰਤਰਿਮ ਆਰਡਰ ਆਉਂਦਾ ਕਿ ਸਿਰਫ ਤੇ ਸਿਰਫ ਟਿਊਸ਼ਨ ਫੀਸ ਲੈਣੀ ਹੈ ਔਰ ਖੁਦ ਐਸੋਸੀਏਸ਼ਨ ਪ੍ਰਾਈਵੇਟ ਸਕੂਲ ਦੀ ਐਸੋਸੀਏਸ਼ਨ ਜਾਂਦੀ ਹੈ ਹਾਈ ਕੋਰਟ ਔਰ ਹਾਈ ਕੋਰਟ ਦੇ ਫੈਸਲੇ ਨੂੰ ਮੰਨਣ ਨੂੰ ਤਿਆਰ ਨਹੀਂ। ਫਿਰ ਉਹਦੇ ਖਿਲਾਫ ਸਟੇ ਲੈਣ ਲਈ ਸੁਪਰੀਮ ਕੋਰਟ ਚਲੇ ਜਾਂਦੇ ਨੇ। ਹੁਣ ਜੇ ਸੁਪਰੀਮ ਕੋਰਟ ਨੇ, ਸਾਡੀ ਸੁਪਰੀਮ ਪਾਵਰ ਅੱਜ ਸੁਪਰੀਮ ਕੋਰਟ ਨੇ ਆਰਡਰ ਕਰਤਾ, ਅੰਤਰਿਮ ਆਰਡਰ ਕਰਤਾ ਹੈ ਕਿ ਫੀਸਾਂ ਲੈਣੀਆਂ ਨੇ ਲੈ ਲਓ, ਅਸੀਂ ਮਨਾ ਨਹੀਂ ਕਰ ਰਹੇ। ਔਰ ਉਹਨਾਂ ਨੇ ਕਿਹਾ ਕਿ 5 ਮਾਰਚ ਤੋਂ ਲੈ ਕੇ 5 ਅਗਸਤ ਤੱਕ ਦਾ ਸਮਾਂ ਦਿੱਤਾ 6 ਕਿਸ਼ਤਾਂ 'ਚ। ਔਰ ਉਸ ਤੋਂ ਉਹਦੇ ਵਿੱਚ ਸਪੈਸ਼ਲੀ ਇਹ ਲਿਖਿਆ ਗਿਆ ਕਿ ਕਿਸੇ ਬੱਚੇ ਦੀ ਪੜ੍ਹਾਈ ਨੂੰ ਬੁਰਾਈ ਨਹੀਂ ਕਰਨਾ, ਰੋਕਣਾ ਨਹੀਂ, ਕਿਸੇ ਦਾ ਰਿਜ਼ਲਟ ਨਹੀਂ ਰੋਕਣਾ ਜੀ, ਕਿਸੇ ਦੀ ਪ੍ਰਮੋਸ਼ਨ ਨਹੀਂ ਰੋਕਣੀ। ਹੁਣ ਉਸ ਦੇ ਬਾਵਜੂਦ ਵੀ ਸਕੂਲ ਐਸੋਸੀਏਸ਼ਨ ਆਇਆ, ਸਕੂਲ ਜਿੰਨੇ ਪ੍ਰਾਈਵੇਟ ਸਕੂਲ ਨੂੰ ਮੰਨਣ ਨੂੰ ਤਿਆਰ ਨਹੀਂ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਇਸ ਤੋਂ ਉੱਪਰ ਵੀ ਕਿਹੜੀ ਪਾਵਰ ਹੈ ਜਿਹਦਾ ਆਰਡਰ ਅਸੀਂ ਇਹਨਾਂ ਨੇ ਲੈ ਕੇ ਆਈਏ ਤੇ ਸਾਨੂੰ ਇਹ ਥੋੜੀ ਬਹੁਤੀ ਰਾਹਤ ਦੇਣ ਜੀ। ਸੋ ਕਿਤੇ ਨਾ ਕਿਤੇ ਸਕੂਲ ਐਸੋਸੀਏਸ਼ਨ ਜਿਹੜੀ ਆ ਆਪਣੇ ਆਪ ਨੂੰ ਇਉਂ ਨਹੀਂ ਲੱਗਦਾ ਕਿ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਉੱਪਰ ਸੁਪਰੀਮ ਪਾਵਰ ਮੰਨਦੀ, ਜਦੋਂ ਤੁਸੀਂ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇਹ ਨਹੀਂ ਮੰਨਦੇ ਕਿ ਅਸੀਂ ਸੁਪਰੀਮ ਪਾਵਰ ਆ। ਸਰ ਮੈਂ ਤਾਂ ਇੱਥੋਂ ਤੱਕ ਕਮਲਦੀਪ ਜੀ ਕਹੂੰਗਾ ਕਿ ਮੈਨੂੰ ਇਹ ਲੱਗ ਰਿਹਾ ਅੱਜ ਕੈਪਟਨ ਸਰਕਾਰ ਨੂੰ ਮੈਂ ਇੱਥੋਂ ਮੈਸੇਜ ਦੇਣਾ ਚਾਹੁੰਦਾ ਇਸ ਰੈਲੀ ਤੋਂ ਬਾਅਦ ਕਿ ਇਦਾਂ ਲੱਗਦਾ ਪ੍ਰਾਈਵੇਟ ਸਕੂਲ ਤਾਂ ਇੱਕ ਪੈਰਲਲ ਸਰਕਾਰ ਚਲਾ ਰਹੇ ਨੇ, ਕੋਈ ਸਰਕਾਰ ਦਾ ਕੰਟਰੋਲ ਹੀ ਨਹੀਂ ਹੈਗਾ। ਸਿੱਖਿਆ ਮੰਤਰੀ ਬਿਆਨ ਦਿੰਦਾ 31 ਮਾਰਚ ਤੱਕ ਸਕੂਲ ਬੰਦ ਨੇ। ਉਹ ਹੁਣ ਸਕੂਲ ਖੋਲ੍ਹਣ ਲਈ ਧਰਨੇ ਲਵਾਏ ਜਾ ਰਹੇ ਨੇ, ਟੀਚਰਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਫੋਰਸ ਕੀਤਾ ਜਾ ਰਿਹਾ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਤੁਹਾਡੀਆਂ ਨੌਕਰੀਆਂ ਕੱਢ ਦੇਣੀ, ਤੁਹਾਨੂੰ ਨੌਕਰੀ ਤੋਂ ਕੱਢ ਦਿਆਂਗੇ। ਇਹ ਚੀਜ਼ਾਂ ਨਹੀਂ ਹੈ ਜਿਹੜੀਆਂ ਪੇਰੈਂਟ ਟੀਚਰਸ ਵੀ ਪਰੇਸ਼ਾਨ ਨੇ। ਉਹੀ ਗੱਲ ਕਰ ਰਹੇ ਨੇ, ਇਹ ਪੈਰਲਲ ਸਰਕਾਰ ਚਲਾ ਰਹੇ ਨੇ, ਮੈਨੂੰ ਤਾਂ ਇੰਨਾ ਲੱਗ ਰਿਹਾ ਜੀ। ਸੋ ਮੈਂ ਇੱਕ ਸਵਾਲ ਕਰਾਂਗਾ ਭਗਵੰਤ ਜੀ ਕਿ ਜਿਸ ਤਰੀਕੇ ਨਾਲ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ NCERT ਜਾਂ ਸੰਬੰਧਿਤ ਬੋਰਡਾਂ ਦੀਆਂ ਕਿਤਾਬਾਂ ਹੀ ਲੱਗਣਗੀਆਂ ਔਰ ਉਹਦੇ ਬਿਲਕੁਲ ਉਲਟ ਜਿਹੜਾ ਸਿੱਖਿਆ ਮਾਫੀਆ ਆ, ਸਕੂਲ ਮਾਫੀਆ ਜਿਹੜਾ ਹੈਗਾ, ਇਹਨਾਂ ਨੇ ਆਪਣਾ ਅਖਬਾਰਾਂ 'ਚ ਬਿਆਨ ਦਿੱਤਾ ਕਿ ਅਸੀਂ ਤਾਂ ਆਪਣੀ ਮਨਮਰਜ਼ੀ ਦੀਆਂ ਕਿਤਾਬਾਂ ਲਗਾਵਾਂਗੇ, ਅਗਰ ਸਾਨੂੰ ਉਹ ਕਿਤਾਬਾਂ ਲਗਾਉਣ ਲਈ ਮਜਬੂਰ ਕੀਤਾ ਤਾਂ ਅਸੀਂ ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਵਾਂਗੇ। ਤੁਹਾਡੀ ਗੱਲ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਕਿ ਪੈਰਲਲ ਸਰਕਾਰ ਚਲਾ ਰਹੀ ਹੈ। ਸਰ ਮੈਂ ਉਹੀ ਤਾਂ ਗੱਲ ਕਰ ਰਿਹਾ। ਦੇਖੋ ਫਿਰ ਉਹੀ ਗੱਲ ਆ ਗਈ ਨਾ, ਹਰ ਸਾਲ ਇਹੀ ਆਰਡਰ ਜੋ ਸਿੱਖਿਆ ਬੋਰਡ ਵੱਲੋਂ, ਐਜੂਕੇਸ਼ਨ ਸੈਕਟਰੀ ਵੱਲੋਂ ਆਉਂਦੇ ਨੇ ਕਿ ਜੀ NCERT ਦੀਆਂ ਕਿਤਾਬਾਂ ਲਾਉਣੀਆਂ ਨੇ। ਇਸ ਵਾਰ ਥੋੜ੍ਹਾ ਜਿਹਾ ਸਖਤ ਆਰਡਰ ਇਹ ਆਇਆ ਕਿ ਤੁਹਾਡੀਆਂ ਐਫੀਲੀਏਸ਼ਨਸ ਕੈਂਸਲ ਕਰ ਦਿਓ। ਉਹਦੇ ਵਿੱਚ ਵੀ ਇੱਕ ਗਹਿਰੀ ਸਾਜ਼ਿਸ਼ ਇਹ ਹੈ ਕਿ ਪਿਛਲੇ ਸਾਲ ਪਿਛਲੇ ਸੈਸ਼ਨ ਦੀਆਂ ਸਾਰੀਆਂ ਬੁੱਕਸ ਐਜ ਇਟ ਇਜ਼ ਪਈਆਂ ਨੇ ਜੀ, ਫਰੈਸ਼ ਪਈਆਂ ਨੇ, ਬਹੁਤੀਆਂ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ ਔਰ ਉਹਨਾਂ ਨੂੰ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਬੁੱਕਸ ਆਪਣੇ ਆਪਸ ਵਿੱਚ ਐਕਸਚੇਂਜ ਕਰ ਰਹੇ ਹਾਂ। ਔਰ ਮੈਨੂੰ ਲੱਗ ਰਿਹਾ ਸਾਰੇ ਪ੍ਰਾਈਵੇਟ ਸਾਡੀ ਸਰਕਾਰ ਇੱਕ ਨਵੀਂ ਨੀਤੀ ਕੱਢ ਰਹੀ ਹੈ ਕਿ ਉਹ ਅਸੀਂ ਕਿਤਾਬਾਂ ਲੱਗਣ ਨਹੀਂ ਦੇਣੀਆਂ, ਕਿ ਇਸ ਵਾਰੀ NCERT ਦਾ ਸ਼ੋਸ਼ਾ ਛੱਡ ਦਿਓ। ਔਰ ਵੱਡੀ ਗੱਲ ਇਹ ਹੈ ਕਿ ਪ੍ਰਾਇਮਰੀ ਸੈਕਸ਼ਨ ਤੱਕ NCERT ਬੁੱਕਸ ਨਹੀਂ ਛਾਪਦੀ ਔਰ ਬਿਲਕੁਲ ਇਸ਼ੂ ਨਹੀਂ ਹੁੰਦੀਆਂ। ਔਰ ਸਭ ਤੋਂ ਵੱਡੀ ਲੁੱਟੀ LKG ਨਰਸਰੀ ਤੇ UKG ਤੱਕ ਹੁੰਦੀ ਹੈ। ਸਾਨੂੰ ਇਹ ਸਾਰੀ ਗੱਲ ਪਤਾ ਹੈ। ਬਿਲਕੁਲ ਜੀ।
ਬਿਲਕੁਲ ਸਹੀ ਗੱਲ ਹੈ ਕਿ ਪ੍ਰਾਈਵੇਟ ਸਕੂਲ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਅੱਜ ਮੈਂ ਸਵੇਰੇ ਪਹਿਲੇ ਟਾਈਮ ਇੱਕ ਲੈਟਰ ਅੱਜ ਡੀਓ ਆਫਿਸ ਲੁਧਿਆਣਾ ਨੂੰ ਦੇ ਕੇ ਆਇਆ ਜੀ, ਪਰ ਉਹਨਾਂ ਨੂੰ ਕਹਿ ਕੇ ਆਇਆ ਕਿ ਜੀ ਇਹਦਾ ਸੁਪਰੀਮ ਕੋਰਟ ਦਾ ਆਰਡਰ ਹੈ, ਉਹਦੇ ਲਈ ਤੁਸੀਂ ਸਪੈਸ਼ਲੀ ਇੱਕ ਗਾਈਡਲਾਈਨਸ ਰਿਟਰਨ 'ਚ ਇਸ਼ੂ ਕਰੋ, ਸਖਤ ਗਾਈਡਲਾਈਨਸ ਦਿਓ ਕਿ ਜਿਹੜੇ ਵੀ ਸਕੂਲ ਇਸ ਚੀਜ਼ ਨੂੰ ਨਹੀਂ ਮੰਨਣਗੇ ਉਹਨਾਂ ਦੀ ਐਪਲੀਕੇਸ਼ਨ ਰੱਦ ਕਰਨ ਲਈ ਅਸੀਂ ਸਿਫਾਰਿਸ਼ ਕਰਾਂਗੇ। ਬਿਲਕੁਲ ਅਸੀਂ ਇੱਥੇ ਦੇਖਦੇ ਹਾਂ ਕਿ ਭਗਵੰਤ ਜੀ ਨੇ ਬੜੇ ਕਲੈਰਿਟੀ ਕੀਤੀ ਆ ਤੇ ਹੁਣ ਮੇਰੇ ਖਿਆਲ ਕਾਲਜ ਬੰਦ ਰਿਹਾ ਸੀ, ਵਿਦਿਅਕ ਸੰਸਥਾਵਾਂ ਬੰਦ ਰਹੀਆਂ ਸੀ, ਉਹਦੇ ਨਾਲ ਵਿਦਿਆਰਥੀਆਂ ਦੀ ਸਟੱਡੀ ਤੇ ਬਹੁਤ ਬੜਾ ਪ੍ਰਭਾਵ ਪਿਆ, ਜਿਹਦੇ ਕਾਰਨ ਵਿਦਿਆਰਥੀ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਪ੍ਰਭਾਵ ਪਿਆ। ਜਦੋਂ ਕਰੋਨਾ ਦਾ ਦੌਰ ਚੱਲਿਆ ਉਸ ਟਾਈਮ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਫੋਨ ਜਿਹੜੇ ਬਣਾਉਣੇ ਜ਼ਰੂਰੀ ਆ, ਪਹਿਲਾਂ ਕਹਿੰਦੇ ਸੀ ਫੋਨ ਨਹੀਂ ਦੇਖਣੇ ਜ਼ਰੂਰੀ। ਤਾਂ ਇਸ ਤਰੀਕੇ ਨਾਲ ਸਰਕਾਰ ਆਪਣੇ ਦਾਅਵੇ 'ਚ ਹਮੇਸ਼ਾ ਬਦਲਦੀ ਰਹਿ ਰਹੀ ਆ, ਆਪਣੇ ਮੁਤਾਬਕ ਉਹ ਆਪਣੀ ਸਹੂਲਤ ਦੇ ਹਿਸਾਬ ਨਾਲ। ਦੇਖੋ ਇੱਕ ਪਾਸੇ ਪੱਛਮੀ ਬੰਗਾਲ ਦੇ ਵਿੱਚ ਮੋਦੀ ਸਰਕਾਰ ਜਿਹੜੀ ਆ ਉਹ ਚੋਣਾਂ ਕਰ ਰਹੀ ਆ, ਰੈਲੀਆਂ ਕੱਢ ਰਹੀ ਆ, ਇੱਥੇ ਵੀ ਜਿਹੜੀ ਆ ਆਪਣੇ ਬਾਗੇ ਪੁਰਾਣੇ ਦੇ ਵਿੱਚ ਰੈਲੀ ਮੁਜ਼ਾਹਰਾ ਹੋਇਆ। ਤਾਂ ਜਦੋਂ ਸਰਕਾਰ ਚੋਣਾਂ ਕਰਦੀ ਆ ਜਾਂ ਚੋਣ ਰੈਲੀਆਂ ਕਰਦੀ ਆ ਉਸ ਟਾਈਮ ਕਰੋਨਾ ਨਹੀਂ ਹੁੰਦਾ। ਜਦੋਂ ਵਿਦਿਆਰਥੀ ਆਪਣੇ ਪੜ੍ਹਨ ਦੀ ਹੱਕ ਦੀ ਗੱਲ ਕਰਦੇ ਆ ਤਾਂ ਉਦੋਂ ਜਿਹੜੀ ਹੈਗੀ ਆ ਆਪਣੀ ਗੱਲ ਆ ਜਾਂਦੀ ਕਰੋਨਾ ਦੀ। ਤਾਂ ਇਸ ਲਈ ਇਹ ਸਿਆਸੀ ਜਿਹੜਾ ਵਾਇਰਸ ਹੈਗਾ ਵਾ ਤੇ ਸਿਆਸੀ ਵਾਇਰਸ ਦੇ ਅਸੀਂ ਬਿਲਕੁਲ ਖਿਲਾਫ ਆ, ਕਿਉਂਕਿ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਨਹੀਂ ਇਹ ਕੁਝ ਕਰੀਏ। ਆਗੇ ਫੋਨ ਇਕੱਠੇ ਕਰ ਲਓ। ਆਪਣੇ ਕਿਸਾਨ ਵੀਰ 4-5 ਮਹੀਨੇ ਤੋਂ ਧਰਨੇ ਜਿੰਨੇ ਵੀ ਮੈਂਬਰ ਦਾ ਪੇਰੈਂਟਸ ਐਸੋਸੀਏਸ਼ਨ ਇਕੱਠੇ ਹੋਏ ਹੈਗੇ ਆ, ਉਹਨਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਇੱਕ ਤਾਂ ਕੋਵਿਡ-19 ਨੂੰ ਅਕੋਰਡਿੰਗਲੀ ਜੋ ਗਾਈਡਲਾਈਨਸ ਹੈਗੀਆਂ ਉਹਨਾਂ ਨੂੰ ਆਪਾਂ ਫੋਲੋ ਕਰੀਏ। ਇੱਕ ਕੀ ਕਹਿੰਦੇ ਉਸ ਅਕੋਰਡਿੰਗਲੀ ਅਸੀਂ ਚੱਲੀਏ ਜਿਸ ਤਰ੍ਹਾਂ ਦੀਆਂ ਸਾਨੂੰ ਇੰਸਟਰਕਸ਼ਨਸ ਹੋਈਆਂ ਹੈਗੀਆਂ, ਗਵਰਨਮੈਂਟ ਨੇ ਜਿਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਦਿੱਤੀਆਂ। ਸੈਕੰਡਲੀ ਸਾਡੇ ਇੱਥੇ ਆਉਣ ਦਾ ਜੋ ਮੁੱਦਾ ਹੈਗਾ ਆ ਉਹ ਜੋ ਸਕੂਲ ਅੱਜ ਧੱਕੇਸ਼ਾਹੀ ਕਰ ਰਹੇ ਹੈਗੇ ਆ, ਜਿੰਨੇ ਵੀ ਜਲੰਧਰ ਦੇ ਸਕੂਲ ਧੱਕੇਸ਼ਾਹੀ ਕਰ ਰਹੇ ਆ, ਪ੍ਰਾਈਵੇਟ ਸਕੂਲ ਧੱਕੇਸ਼ਾਹੀ ਕਰ ਰਹੇ ਆ, ਉਹਦੇ ਵਿੱਚ ਬਹੁਤ ਸਾਰੇ ਸਕੂਲ ਜਲੰਧਰ ਐਡਮਿਸ਼ਨਾਂ ਫੁੱਲ ਲੈ ਰਹੇ ਸਾਰੇ, ਜਿਹੜੇ ਉਹਨਾਂ ਦੇ ਬਿਲਡਿੰਗ ਫੰਡਸ ਹੈਗੇ ਆ, ਠੀਕ ਹੈ, ਅਲੱਗ ਆਪਣੇ ਹੋਰ ਚਾਰजेस ਹਿਡਨ ਚਾਰजेस ਜਿਹੜੇ ਕਹਿ ਦਿੰਦੇ ਹੈਗੇ ਉਹ ਹੈਗੇ ਆ, ਉਹਨਾਂ ਦੇ ਅਗੇਂਸਟ। ਪਲੱਸ ਸਭ ਤੋਂ ਬੜੀ ਗੱਲ ਮੰਥ ਦਾ ਲਾਸਟ ਚੱਲ ਰਿਹਾ ਹੈਗਾ ਆ ਔਰ ਰਿਜ਼ਲਟ ਡਿਕਲੇਅਰ ਹੋਣ ਵਾਲਾ ਦਿਨ ਹੁੰਦੇ ਹੈਗੇ ਆ। ਆਹ ਵਾਲਾ ਜਿਹੜਾ ਵੀਕ ਹੈ ਇਹ ਬਹੁਤ ਹੀ ਕੰਪਲੀਕੇਟਿਡ ਹੈ ਔਰ ਬਹੁਤ ਹੀ ਸੰਜੀਦਾ ਮੁੱਦਾ ਹੈਗਾ ਆ ਕਿ ਬੱਚਿਆਂ ਦੇ ਰਿਜ਼ਲਟ ਸਿਰਫ ਫੀਸ ਦੇ ਕਰਕੇ ਰੋਕ ਰਹੇ ਹੈਗੇ ਆ, ਠੀਕ ਹੈ। ਔਰ ਜੋ ਇਹਨਾਂ ਦੇ ਬੁੱਕਸ ਆਪਣੀ ਧੱਕੇਸ਼ਾਹੀ ਦੇ ਨਾਲ ਕਹਿੰਦੇ ਕਿ ਨਹੀਂ ਤੁਸੀਂ ਆਹ ਹੀ ਸੈਟਸ ਲੈਣੇ ਹੈਗੇ, ਤੁਸੀਂ ਬਾਹਰੋਂ ਸੈਟ ਨਹੀਂ ਲੈਣੇ। ਜਿਹੜੀਆਂ ਆਪਣੀਆਂ ਡਰੈਸਿਸ ਹੈਗੀਆਂ ਉਹਨਾਂ ਦਾ ਵੀ ਇਹਨਾਂ ਦਾ ਆਪਣਾ ਹੀ ਹੋਇਆ ਪਿਆ ਆ। ਸਾਡਾ ਹਰੇਕ ਮੁੱਦਾ ਚੁੱਕਣ ਦਾ ਇਹ ਮਤਲਬ ਹੈਗਾ ਆ ਕਿ ਅਸੀਂ ਆਪਣੇ ਜੋ ਕਹਿੰਦੇ ਆ ਕਿ ਪੇਰੈਂਟਸ ਰਾਈਟਸ ਹੈਗੇ ਆ ਉਹਨਾਂ ਦੇ ਅਕੋਰਡਿੰਗਲੀ ਅਸੀਂ ਚੱਲਣਾ। ਜੋ ਸਾਨੂੰ ਰਾਈਟ ਟੂ ਐਜੂਕੇਸ਼ਨ ਹੈਗਾ ਆ ਇਹ ਉਸ ਕਨਸਟੀਟਿਊਸ਼ਨਲ ਰਾਈਟ ਦਾ ਹਨਨ ਹੈ ਜੋ ਇਹ ਪ੍ਰਾਈਵੇਟ ਸਕੂਲ ਕਰ ਰਹੇ ਹੈਗੇ ਆ, ਐਪੈਕਸ ਕੋਰਟ ਦੇ ਆਰਡਰ ਨੂੰ ਨਹੀਂ ਮੰਨ ਰਹੇ ਹੈਗੇ। ਸੈਕੰਡਲੀ ਇਹਨਾਂ ਜੋ ਇਹ ਕਰ ਰਹੇ ਹੈਗੇ ਆ ਪ੍ਰਾਈਵੇਟ ਸਕੂਲ ਕਰ ਰਹੇ ਆ ਕਿ ਜੋ ਇਹਨਾਂ ਨੇ ਰਿਜ਼ਲਟ ਔਨ ਹੋਲਡ ਕਰ ਦਿੱਤੇ ਹੈਗੇ ਆ ਉਹਦੇ ਅਗੇਂਸਟ ਸਭ ਤੋਂ ਵੱਧ ਉਹਦੇ ਅਗੇਂਸਟ ਅਸੀਂ ਅੱਜ ਇਕੱਠੇ ਹੋਏ ਹੈਗੇ ਆ ਔਰ ਅਸੀਂ ਡੀਸੀ ਸਾਹਿਬ ਨੂੰ ਮੈਮੋਰੈਂਡਮ ਦੇਣ ਵਾਸਤੇ ਇੱਥੇ ਆਏ ਆ। ਜੋ ਇਹਨਾਂ ਨੇ ਆਪਣੀਆਂ ਬੁੱਕਸ ਦੇ ਸੈਟ ਪਲੱਸ ਆਪਣੇ ਜੋ ਇਹ ਉਸੇ ਅਕੋਰਡਿੰਗਲੀ ਗਾਈਡਲਾਈਨਸ ਦਿੰਦੇ ਆ ਕਿ ਤੁਸੀਂ ਇੱਥੋਂ ਡਰੈਸਿਸ ਲੈਣੀਆਂ ਹੈਗੀਆਂ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਫੋਲੋ ਕਰਨਾ ਆ। ਅਸੀਂ ਉਹਦੇ ਵੀ ਅਗੇਂਸਟ ਹੈਗੇ ਆ ਕਿ ਪੇਰੈਂਟਸ ਨੂੰ ਇੰਨੀ ਲਿਬਰਟੀ ਹੋਣੀ ਚਾਹੀਦੀ ਹੈਗੀ ਆ ਕਿ ਕਿਤੋਂ ਵੀ ਉਹ ਸੈਟ ਲੈ ਸਕਣ ਬੁੱਕਸ ਤੇ, ਠੀਕ ਹੈ। ਔਰ ਜਿਹੜੇ ਐਨੂਅਲ ਚਾਰजेस ਹੈਗੇ ਆ ਉਹ ਇਸ ਵਾਰੀ ਵੇਵ ਕੀਤੇ ਜਾਣ, ਬਿਲਡਿੰਗ ਫੰਡ ਵੇਵ ਕੀਤਾ ਜਾਵੇ, ਟਰਾਂਸਪੋਰਟੇਸ਼ਨ ਚਾਰजेस ਵੇਵ ਕੀਤੇ ਜਾਣ, ਠੀਕ ਹੈ। ਕੋਵਿਡ ਦੇ ਅਕੋਰਡਿੰਗਲੀ ਸਾਰੇ ਹੀ ਪੇਰੈਂਟਸ ਦਾ ਬਹੁਤ ਬੁਰਾ ਹਾਲ ਹੈਗਾ ਆ ਔਰ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਸਿਰਫ ਜੋ ਐਨੂਅਲ ਫੀਸ ਹੈਗੀ ਆ ਜੋ ਕਿ ਆਪਣੇ ਐਪੈਕਸ ਕੋਰਟ ਨੇ ਕੀਤਾ ਹੈਗਾ ਆ ਉਹਦੇ ਅਕੋਰਡਿੰਗਲੀ ਹੀ ਅਗਰ ਇਹ ਚਾਰਜ ਕਰਨ ਤੇ ਉਹ ਜ਼ਿਆਦਾ ਫਾਇਦੇਮੰਦ ਰਹੇਗਾ। ਧੰਨਵਾਦ।
ਸਕਦੇ ਹੋ। ਸੁਪਰੀਮ ਕੋਰਟ ਦਾ ਹੀ ਇਹ ਆਰਡਰ ਹੋਇਆ ਹੈਗਾ ਆ ਕਿ ਹਾਂ 50% ਪਲੱਸ ਟਰਾਂਸਪੋਰਟੇਸ਼ਨ ਚਾਰजेस ਨਹੀਂ ਲਏ ਜਾਣਗੇ, ਸਿਰਫ ਐਨੂਅਲ ਫੀਸ ਹੀ ਲਈ ਜਾਏਗੀ। ਮੈਡਮ ਇਹ ਅਸੀਂ ਮੈਮੋਰੈਂਡਮ ਦੇਣਾ ਮੈਮੋਰੈਂਡਮ ਬਹੁਤ ਮੈਡਮ ਫੀਸ ਵਧਾ ਦਿੱਤੀ ਉਹਨਾਂ ਨੇ। ਜਿਹੜੀ ਫੀਸ ਵਧਾਈ ਉਹਨਾਂ ਨੂੰ ਉਹ ਵੀ ਕੈਂਸਲ ਕਰੋ। ਇੱਥੇ ਇਕੱਠੇ ਹੋਏ ਆ ਨਾ, ਉਹਦਾ ਇੱਕੋ ਇੱਕ ਰੀਜ਼ਨ ਹੈਗੀ ਅਸੀਂ ਇਕੱਠੇ ਹੋ ਕੇ। ਪਹਿਲੀ ਗੱਲ ਤਾਂ ਸਾਡੇ ਕੋਲ ਬਹੁਤ ਲੇਟ ਇਕੱਠੇ ਹੋਏ ਆ, ਚਲੋ ਦੇਰ ਹੈ ਦਿੱਤਾ ਹੁਣ ਇਕੱਠੇ ਹੋ ਗਏ ਆ। ਜਿਹੜਾ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤਾ ਹੈ, ਰਾਈਟ ਟੂ ਐਜੂਕੇਸ਼ਨ ਅਧਿਕਾਰ ਦਿੱਤਾ ਆ, ਉਹ ਨਾ ਤੇ ਹਰ ਸਾਲ ਤੁਹਾਡੇ ਕੋਲ ਫੰਡ ਲੈ ਸਕਦੇ ਜਾਇਜ਼ ਨਾ ਤੁਹਾਡੇ ਕੋਲ ਬਿਲਡਿੰਗ ਬਣਾ ਦੇਣੇ ਵੀ ਨਹੀਂ ਹੈਗੇ ਪਿਛਲੇ ਵੀ ਇਹ ਮਾਨਯੋਗ ਸੁਪਰੀਮ ਕੋਰਟ ਦੀ ਹੀ ਜੱਜਮੈਂਟ ਹੈਗੀ ਹੈ। ਸਕੂਲ ਫੀਸ ਸਾਡੀ ਮੰਗ ਹੈ ਪਿਛਲੇ 2 ਕੈਂਸਲ ਕਰੋ। ਫੀਸ ਜੇ ਟਰਾਂਸਪੋਰਟ ਫੀਸ ਵਧਾਤੀ ਆ ਆਗੇ ਕਰਦੇ ਆ ਇਹ ਮੁੱਦਾ ਚੱਕਣਾ ਫਾਈਲ ਦਿਓ, ਕੰਪਲੀਟਾਂ ਦੀ ਫਾਈਲ ਦਿਓ। ਚਲੋ ਜੀ ਪਹਿਲਾਂ ਪਤਾ ਹੁੰਦਾ ਇੱਥੇ ਫਿਰ ਉੱਥੇ ਟਾਈਮ ਲੱਗਿਆ ਨਾ ਤੁਹਾਨੂੰ ਗੇਟ ਤੱਕ ਦੱਸਿਆ ਤੇ ਡੀਸੀ ਸਾਹਿਬ ਕਹਿੰਦੇ ਉੱਠ ਗਏ ਨੇ। ਮਾਂ ਬਾਪ ਨਾਰਾਜ਼ ਨੇ ਕਿਤੇ ਨਾ ਕਿਤੇ ਡੀਸੀ ਸਾਹਿਬ ਅਸੀਂ ਜਿਹੜੇ ਨੇ ਉਹ ਏਡੀਸੀ ਸਾਹਿਬ ਨੂੰ ਦਿੱਤਾ ਜਾਵੇ। ਕਿਉਂ ਇਹ ਹੁੰਦਾ ਹਮੇਸ਼ਾ ਹੀ ਮਾਂ ਬਾਪ ਨਾਲ ਏਡੀਸੀ ਸਾਹਿਬ ਨੂੰ ਮਿਲ ਕੇ ਚਲੇ ਜਾਂਦੇ, ਹੱਲ ਕੋਈ ਨਹੀਂ ਹੁੰਦਾ। ਡੀਸੀ ਸਾਹਿਬ ਕਿਉਂ ਨਹੀਂ ਮਿਲ ਪਾਉਂਦੇ? ਸਾਡਾ ਸਾਥ ਦਿਓ, ਤੁਹਾਡਾ ਵੀ ਸਾਥ ਦਿਓ। ਅਸੀਂ ਇਕੱਲੇ ਕੁਝ ਨਹੀਂ ਕਰਦੇ। ਵੇਟ ਕਰਾਂਗੇ। ਅਸੀਂ ਵੀ ਪੇਰੈਂਟ ਪਲੀਜ਼ ਇਸ ਚੀਜ਼ ਨੂੰ ਸੁਣੋ। ਅਸੀਂ ਤੁਹਾਡੇ ਲਈ ਲੜਦੇ ਮੈਂ ਸਰ ਜੇ ਉਹ ਅਸੀਂ ਗੇਟ ਤੇ ਰੁਕੇ, ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਦਰਵਾਜ਼ੇ ਤੇ ਕੋਈ ਖੜਾ ਆ, ਤੇ ਉਹ ਉੱਠ ਕੇ ਕਿੱਦਾਂ ਭੱਜ ਗਏ ਸਰ? ਉਹਨੇ ਦੌੜਨਾ ਕਹਾਂਗੇ ਅਸੀਂ, ਉਹਨਾਂ ਨੂੰ ਬੁਲਾਓ ਸਰ। ਅਸੀਂ ਕਿਤੇ ਨਹੀਂ ਜਾਣਾ। ਅਸੀਂ ਨਹੀਂ ਕਰਦੇ। ਅਸੀਂ ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣਾ ਹੈ। ਉਹਨਾਂ ਨੂੰ ਪਤਾ ਸੀਗਾ ਅਸੀਂ ਪੇਰੈਂਟਸ ਆ ਰਹੇ ਹਾਂ ਤਾਂ ਕਿਸੇ ਸਭ ਕਿਉਂ ਉੱਠ ਕੇ ਗਏ ਆ? ਸਾਡੇ ਬੱਚਿਆਂ ਨੂੰ ਉਹ ਵੀ ਇਨਸਾਫ ਪਾਉਂਗੇ ਜੇ ਅਸੀਂ ਉਹਨਾਂ ਦਾ ਇਨਸਾਫ ਵੀ ਉੱਠ ਕੇ ਚਲੇ ਗਏ ਆ। ਇਹ ਸਾਡੀ ਧੱਕੇਸ਼ਾਹੀ ਹੈ। ਸਕੂਲਾਂ ਵੀ ਧੱਕੇਸ਼ਾਹੀ ਕਰਦੇ ਪਏ, ਅਫਸਰ ਵੀ ਧੱਕੇਸ਼ਾਹੀ ਕਰਦੇ ਪਏ ਆ। ਉਹ ਸਾਰੇ ਜ਼ਿਲ੍ਹੇ ਨੂੰ ਦੇਖਦੇ ਪਏ ਆ। ਉਹ ਸਾਨੂੰ ਨਹੀਂ ਦੇਖੂਗੇ। ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਆ ਰਹੇ ਹਾਂ, ਉਹ ਕਿਉਂ ਉੱਠ ਕੇ ਗਏ ਆ? ਅਸੀਂ ਇੰਨੀ ਵੱਡੀ ਰੈਲੀ ਕਰਕੇ ਆਏ ਆ, ਸਾਰੇ ਪੇਰੈਂਟਸ ਇਕੱਠੇ ਹੋ ਕੇ ਆਏ ਆ, ਤਾਂ ਉਹ ਕਿਉਂ ਉੱਠ ਕੇ ਗਏ ਆ? ਸਾਡਾ ਸਵਾਲ ਜਵਾਬ ਇਹੀ ਹੈਗਾ, ਸਾਨੂੰ ਆਨਸਰ ਦਿੱਤਾ ਜਾਵੇ ਤਾਂ ਸਰ ਸਾਨੂੰ ਮਿਲਣ ਇੱਥੇ ਆ ਕੇ ਕਿ ਸਾਨੂੰ ਜਿਹੜੇ ਵੀ ਅਸੀਂ ਮੈਮੋਰੈਂਡਮ ਲੈ ਕੇ ਆਏ, ਜਿਹੜੀ ਕੰਪਲੇਂਟਾਂ ਲੈ ਕੇ ਆਏ, ਸਾਡੀ ਕੰਪਲੇਂਟਾਂ ਐਕਸੈਪਟ ਕਰਨ ਨੂੰ ਉਹ ਕਿਉਂ ਉੱਠ ਕੇ ਗਏ ਆ? ਸਾਨੂੰ ਜਵਾਬ ਦਿੱਤਾ ਜਾਵੇ। ਮੈਡਮ ਜੀ ਕਿਹੜੇ ਸਕੂਲ ਦੇ ਪੇਰੈਂਟਸ ਆਏ ਹੈਗੇ? ਸਾਰੇ ਸਕੂਲਾਂ ਦੇ ਪੇਰੈਂਟਸ ਆਏ ਸਰ। ਪਹਿਲਾਂ ਟਾਈਮ ਦੇ ਕੇ ਆਏ ਆ ਜੀ। ਉਹ ਸਾਡੀ ਸਹਾਇਤਾ ਕਿਉਂ ਨਹੀਂ ਕਰਦੇ ਪਏ ਆ? ਇਹਦਾ ਮਤਲਬ
ਸਾਡੇ ਨਾਲ ਤੇ ਮੁਲਾਜ਼ਮ ਵੀ ਹੈ ਸਰ। ਡੀਸੀ ਸਾਹਿਬ ਸਵੇਰ ਦੇ ਨਹੀਂ ਹੈਗੇ ਜਾਂ ਹੁਣੇ ਗਏ ਆ? ਹਾਂਜੀ ਨਹੀਂ ਸਰ, ਟਾਈਮ ਸੈੱਟ ਟਾਈਮ ਦਿੱਤਾ ਸੀ ਤਾਂ ਫਿਰ ਉਹਨਾਂ ਨੇ ਟਾਈਮ ਸੈੱਟ ਕੀਤਾ ਐਕਸਕਿਊਜ਼ ਮੀ ਸਰ। ਕਿਉਂ ਉੱਠ ਕੇ ਗਏ ਜਦ ਅਸੀਂ ਉਹਨਾਂ ਦੇ ਦਰਵਾਜ਼ੇ ਤੇ ਖੜੇ ਆ ਕੇ? ਇੱਕ ਸਰ ਹੋਣਾ ਚਾਹੀਦਾ ਹੈ ਸਿਲੰਡਰ ਦਾ, ਇਹ ਵੱਖਰਾ ਨਹੀਂ ਹੋਣਾ ਚਾਹੀਦਾ। ਲੇਕਿਨ ਇਹ ਵੀ ਮਾਂ ਬਾਪ ਆਪਣੀ ਆਵਾਜ਼ ਉਹ ਵੀ ਅੰਗਰੇਜ਼ਾਂ ਦੀ ਰਾਜਨੀਤੀ ਦੇ ਚੱਲਦੇ ਆ, ਡਿਵਾਈਡ ਐਂਡ ਰੂਲ। ਉਹ ਸਾਨੂੰ ਸਾਡੇ ਲੋਕਾਂ ਨੂੰ ਵੰਡ ਕੇ, ਸਾਡੇ ਸਮਾਜ ਨੂੰ ਵੰਡ ਕੇ, ਵੰਡੀਆਂ ਪਾ ਕੇ ਆਪਣੀਆਂ ਵੋਟਾਂ ਜਿਹੜੀਆਂ ਉਹ ਪੱਕੀਆਂ ਕਰ ਰਹੇ ਆ। ਮੈਂ ਇੱਥੇ ਦੇਖ ਰਿਹਾ ਸੀ ਇੱਕ ਫਲੈਕਸ ਲਗਾਇਆ ਸੀ, ਹੋਰਡਿੰਗ ਲੱਗੀ ਹੋਈ ਸੀ 3,53,000 ਪਤਾ ਨਹੀਂ 35,000 ਸਮਾਰਟ ਕਾਰਡ। ਇਹ ਕਾਹਦੇ ਲਈ ਵੰਡੇ ਆ? ਸਿਰਫ ਮਿਲਣਾ ਕੁਛ ਨਹੀਂ ਉਹਨਾਂ ਤੇ। ਸਮਾਰਟ ਕਾਰਡ ਜਿਹੜੇ 3 ਲੱਖ ਕੁਛ ਆ, 3.5 ਲੱਖ ਦੇ ਕਰੀਬ, ਮਿਲਣਾ ਕੁਛ ਨਹੀਂ। ਉਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ, ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਜਿਹੜਾ ਤਬੀਅਤ ਖਰਾਬ ਹੋ ਗਈ ਹੈ। ਆਏ ਆ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਬੈਠੇ ਆ। ਅਸੀਂ ਆਪਣੇ ਘਰ ਦੇ ਬਾਹਰ ਨਹੀਂ ਬੈਠੇ, ਅਸੀਂ ਆਪਣੇ ਡਿਸਟ੍ਰਿਕਟ ਜਲੰਧਰ ਦੇ ਡੀਸੀ ਸਾਹਿਬ ਦੇ ਦਰਵਾਜ਼ੇ ਦੇ ਉੱਤੇ ਬੈਠੇ ਆ। ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਤੁਸੀਂ ਆਪਣੇ ਘਰ ਦੇ ਬਾਪ ਦਾ ਦਰਵਾਜ਼ਾ ਖੜਕਾਇਆ ਸੀ? ਕਿਉਂਕਿ ਕਿਸੇ ਵੀ ਜਿਹੜੇ ਦਾ ਡਿਪਟੀ ਕਮਿਸ਼ਨਰ ਉਹਨੂੰ ਅਸੀਂ ਕਹਿੰਦੇ ਉੱਚ ਅਧਿਕਾਰੀ ਇੱਕ ਮਾਂ ਬਾਪ ਦਾ ਜਵਾਬ ਦਿੰਦਾ ਪਰ ਬਾਪ ਨਹੀਂ ਸਾਡੇ ਕੋਲ ਗਿਆ ਔਰ ਦੇਖੋ ਇੱਥੇ ਪੇਰੈਂਟਸ ਕਾਫੀ ਤਾਦਾਦ ਵਿੱਚ ਇਕੱਠੇ ਹੋਏ ਨੇ। ਪੇਰੈਂਟਸ ਦੀ ਤਬੀਅਤ ਖਰਾਬ ਹੋ ਗਈ, ਇਹਦਾ ਜ਼ਿੰਮੇਵਾਰ ਕੌਣ ਹੋਏਗਾ? ਫੇਸਬੁੱਕ ਉੱਤੇ ਅਸੀਂ ਲਾਈਵ ਕਰ ਰਹੇ ਹਾਂ। ਇਹ ਤੁਸੀਂ ਜਲੰਧਰ ਦਾ ਡੀਸੀ ਸਾਹਿਬ ਦਾ ਹਾਲ ਦੇਖ ਲਓ। ਇਹਨਾਂ ਨੂੰ ਪਤਾ ਵੀ ਕਹਿ ਰਹੇ ਤੁਸੀਂ ਗੇਟ ਤੇ ਖੜੇ ਸੀ, ਉੱਠ ਕੇ ਚਲੇ ਗਏ। ਇਹ ਕੀ ਫਰਜ਼ ਬਣਿਆ ਉਹਨਾਂ ਦਾ? ਉਹਨਾਂ ਨੇ ਆਪਣਾ ਜ਼ਿੰਮੇਵਾਰੀ ਕੀ ਸਮਝੀ ਭਾਜੀ? ਸਰ ਤੁਸੀਂ ਕਿਹਾ ਸਰ, ਤੁਸੀਂ ਕਿਹਾ ਐਕਸਕਿਊਜ਼ ਮੀ ਸਰ, ਤੁਸੀਂ ਕਿਹਾ ਕਿ 5 ਬੰਦੇ ਅੰਦਰ ਆਉਣ। ਤੁਹਾਡੇ ਹੁਕਮਾਂ ਦੇ ਮੁਤਾਬਕ ਉਹ 5 ਜਣੇ ਅੰਦਰ ਆਏ ਆ, ਤੇ ਫਿਰ ਡੀਸੀ ਸਾਹਿਬ ਇਹਨਾਂ ਨੂੰ ਕਿਉਂ ਨਹੀਂ ਮਿਲੇ? ਉਹ ਕਹਿ ਰਹੇ ਕਿ ਉਹਨਾਂ ਨੇ ਟਾਈਮ ਵੀ ਲਿਆ ਹੋਇਆ ਆ, ਤੇ ਫਿਰ ਵੀ ਡੀਸੀ ਸਾਹਿਬ ਕਿਉਂ ਨਹੀਂ ਬੈਠੇ? ਡੀਸੀ ਸਾਹਿਬ ਇੱਥੇ ਸੀ, ਉਹਨਾਂ ਦਾ ਡੀਸੀ ਜਦੋਂ ਇਹ ਆਏ ਡੀਸੀ ਸਾਹਿਬ ਇੱਥੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਇਹ ਬਾਹਰ ਆਏ ਹੋਏ ਆ? ਨਹੀਂ, ਇਹਨਾਂ ਬਾਰੇ ਨਹੀਂ ਮੈਨੂੰ ਪਤਾ। ਮੈਂ ਜਿਹੜੀ ਇਹਨਾਂ ਬਾਰੇ ਇਹਨਾਂ ਨੇ ਗੱਲਬਾਤ ਹੋਈ ਆ। ਨਹੀਂ, ਇਹ ਕਹਿ ਰਹੇ ਨੇ ਕਿ ਇਹਨਾਂ ਨੇ ਟਾਈਮ ਦਿੱਤਾ ਹੋਇਆ ਆ, ਤੇ ਫਿਰ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ? ਇਹਨਾਂ ਬਾਰੇ ਨਹੀਂ ਮੈਨੂੰ ਪਤਾ ਵੀ ਟਾਈਮ ਮਿਲਿਆ ਜਾਂ ਨਹੀਂ ਮਿਲਿਆ। ਜੀ ਦੇਖੋ, ਇਹ ਸਾਰੇ ਪੇਰੈਂਟਸ ਦਾ ਮਾਮਲਾ ਹੈ ਜੀ, ਬੱਚਿਆਂ ਦਾ, ਸਕੂਲ ਦਾ। ਇਹ ਇਕੱਲਾ ਆਪਣਾ ਨਹੀਂ ਆ। ਉਹਨਾਂ ਦਾ ਟਾਈਮ ਗੱਲਬਾਤ ਹੋਈ ਹੋਵੇ ਤੇ ਮੈਨੂੰ ਇਹਦੇ ਬਾਰੇ ਨਾ। ਇੱਕ ਮਿੰਟ। ਹਾਂਜੀ ਸਰ, ਇਹ ਇਦਾਂ ਆ, ਇਹਨਾਂ ਦਾ ਕਹਿਣਾ, ਪੇਰੈਂਟਸ ਦਾ ਕਹਿਣਾ ਹੈਗਾ ਕਿ ਅਸੀਂ ਪਹਿਲਾਂ ਟਾਈਮ ਦਿੱਤਾ ਹੋਇਆ ਸੀਗਾ। ਇਹ ਗੇਟ ਦੇ ਬਾਹਰ ਖੜੇ ਸੀ, ਤੁਹਾਡੇ ਹੁਕਮਾਂ ਮੁਤਾਬਕ ਇਹ 5 ਬੰਦੇ ਅੰਦਰ ਆਏ ਆ। ਫਿਰ ਏਡੀਸੀ ਸਾਹਿਬ ਬੈਠੇ ਨੇ ਜਸਵੀਰ ਸਿੰਘ। ਨਹੀਂ, ਉਹਨਾਂ ਨੇ ਡੀਸੀ ਸਾਹਿਬ ਤੋਂ ਟਾਈਮ, ਇੱਕ ਮਿੰਟ, ਡੀਸੀ ਸਾਹਿਬ ਤੋਂ ਉਹਨਾਂ ਨੇ ਟਾਈਮ ਲਿਆ ਹੋਇਆ ਸੀ। ਨਹੀਂ, ਏਡੀਸੀ ਸਾਹਿਬ ਬੈਠੇ ਨੇ। ਨਹੀਂ, ਉਹ ਡੀਸੀ ਸਾਹਿਬ ਨੂੰ ਮਿਲਣਾ ਚਾਹੁੰਦੇ ਨਾ। ਦੇਖੋ ਜੀ, ਡੀਸੀ ਸਾਹਿਬ ਪੂਰੇ ਜ਼ਿਲ੍ਹੇ ਨੂੰ ਦੇਖਦੇ ਆ। ਕੋਈ ਉਹਨਾਂ ਕੋਈ ਕੰਮ ਪੈ ਗਿਆ। ਦੇਖੋ ਜੀ, ਕੈਪਟਨ ਸਾਹਿਬ ਦੀਆਂ ਹਦਾਇਤਾਂ ਆ ਕਿ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ, ਜ਼ਿਲ੍ਹੇ ਦੇ ਡੀਸੀ ਹੈਂਡਲ ਕਰਨਗੇ। ਮੇਰੀ ਗੱਲ ਸੁਣ ਲਓ, ਇੱਕ ਇਹਦੇ ਜਿਹੜੇ ਡੀਸੀ ਸਾਹਿਬ ਨੂੰ ਕੋਈ ਅਚਾਨਕ ਪ੍ਰੋਗਰਾਮ ਪੈ ਗਿਆ ਹੈਗਾ, ਕੋਈ ਕੰਮ ਪੈ ਗਿਆ, ਇਹ ਡੀਸੀ ਸਾਹਿਬ ਬੈਠੇ ਆ, ਉਹਨੇ ਡਿਊਟੀ ਲੱਗ ਗਏ ਆ। ਕੋਈ ਫਰਕ ਨਹੀਂ ਪੈਂਦਾ ਜੀ। ਕੀ ਤੁਸੀਂ ਡੀਸੀ ਸਾਹਿਬ ਨੂੰ ਦੱਸ ਸਕਦੇ ਹੋ, ਇਨਫੋਰਮ ਕੀਤਾ ਹੈ ਕਿ ਪੇਰੈਂਟਸ ਆਏ ਹੋਏ ਨੇ ਸਾਰੇ ਇੱਥੇ? ਮੈਂ ਹੁਣੇ ਮਿਲ ਕੇ ਏਡੀਸੀ ਸਾਹਿਬ ਨੂੰ ਉੱਥੇ, ਉਹ ਕਹਿੰਦੇ ਠੀਕ ਆ, ਡੀਸੀ ਸਾਹਿਬ ਆ ਜਾਣ 5 ਬੰਦੇ ਆ ਜਾਣ। ਨਹੀਂ, ਉਹ ਡੀਸੀ ਮੈਂ ਸਾਹਿਬ, ਇੱਕ ਚੀਜ਼ ਕਹਿਣਾ ਚਾਹੁੰਦਾ ਜੀ ਸਰ, ਜੇ ਡੀਸੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਸੀ, ਜੀ, ਜੇ ਮੈਂ ਮੰਨ ਲਿਆ ਉਹਨਾਂ ਨੂੰ ਕੰਮ ਪੈ ਗਿਆ, ਜੀ, ਉਹਨਾਂ ਨੂੰ ਕਿਤੇ ਜਾਣਾ ਪੈ ਗਿਆ, ਅਸੀਂ ਜੀ, ਉਹਨਾਂ ਦੇ ਦਰਵਾਜ਼ੇ ਤੇ ਖੜੇ ਸੀ, ਜੀ, ਜੇ ਉਹਨਾਂ ਨੂੰ ਕੰਮ ਪੈ ਗਿਆ ਸੀ ਉਹ ਬਾਹਰ ਆਂਦੇ, ਬਿਲਕੁਲ, ਜੇ ਉਹਨਾਂ ਨੂੰ ਕੰਮ ਪੈ ਗਿਆ ਸੀ ਅਸੀਂ ਜਿਸ ਰੂਟ ਤੋਂ ਆ ਰਹੇ ਸੀ ਉੱਥੇ ਸਾਨੂੰ ਆ ਕੇ ਮਿਲਦੇ, ਸਾਡੇ ਜੀ, ਤੋਂ ਉੱਥੇ ਮੰਗ ਪੱਤਰ ਲੈ ਲੈਂਦੇ। ਪਰ ਇਹ ਸਾਨੂੰ ਹੁਣ ਦੁਬਾਰਾ ਹਰਾਸਮੈਂਟ ਕੀਤਾ ਗਿਆ। ਮੈਂ ਇਹਨਾਂ ਦੇ ਖਿਲਾਫ ਨਹੀਂ ਆ, ਮੈਂ ਡੀਸੀ ਸਾਹਿਬ ਦੇ ਖਿਲਾਫ ਨਹੀਂ ਆ, ਇਹਨਾਂ ਦੇ ਖੁਦ ਦੇ ਬੱਚੇ ਵੀ ਪੜ੍ਹਦੇ ਆ। ਅਸੀਂ ਖੁਦ ਇਸ ਗੱਲ ਦੇ ਗਵਾਹ ਦੇਖਿਆ ਕਿ ਤੁਸੀਂ ਬਹੁਤ ਸ਼ਾਂਤਮਈ ਢੰਗ ਦੇ ਨਾਲ ਆਏ ਆ, ਔਰ ਇਹਨਾਂ ਨੇ ਕਿਹਾ 5 ਬੰਦੇ ਅੰਦਰ ਆਣ, ਤੁਸੀਂ 5 ਜਣੇ ਆਏ ਆ, ਤੇ ਤੁਸੀਂ ਟਾਈਮ ਵੀ ਲਿਆ ਹੋਇਆ, ਤੇ ਡੀਸੀ ਸਾਹਿਬ ਨੂੰ ਤੁਹਾਨੂੰ ਮਿਲਣਾ ਚਾਹੀਦਾ ਸੀ। ਉਹ ਇਸ ਤਰ੍ਹਾਂ ਨਹੀਂ ਜਾ ਸਕਦੇ। ਅਗਰ ਡੀਸੀ ਸਾਹਿਬ ਨਹੀਂ ਬੈਠਣਗੇ ਫਿਰ ਕਿਸ ਕੋਲ ਕੰਪਲੇਂਟਾਂ ਲੈ ਕੇ ਜਾਈਆਂ ਜਾਣ? ਇਹ ਪੇਰੈਂਟਸ ਦਾ ਮਾਮਲਾ ਸਾਰਿਆਂ ਦਾ ਮਾਮਲਾ ਹੈ, ਤੁਹਾਡਾ ਇਕੱਲਿਆਂ ਦਾ ਨਹੀਂ ਆ। ਸਾਰਿਆਂ ਦੇ ਬੱਚੇ ਪੜ ਰਹੇ ਨੇ, ਉਹ ਸਾਰੇ ਪੰਜਾਬ ਦਾ ਮਾਮਲਾ ਹੈ, ਤੇ ਇੱਥੇ ਡੀਸੀ ਸਾਹਿਬ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਤੁਹਾਡੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਨੇ। ਸਰ, ਅਸੀਂ ਕੋਈ ਪ੍ਰੈਜ਼ੀਡੈਂਟ ਨਹੀਂ ਆ, ਕੋਈ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨਹੀਂ ਆ, ਕੁਝ ਨਹੀਂ ਹੈਗੇ। ਅਸੀਂ ਆਮ ਪੇਰੈਂਟਸ, ਆਮ ਪਬਲਿਕ ਆ ਜੀ। ਅਸੀਂ ਸਾਰਿਆਂ ਦਾ ਪ੍ਰਤੀਨਿਧਤਾ ਕਰਨ ਵਾਸਤੇ ਉਹ ਇੰਨੇ 400 ਬੰਦੇ ਨੇ ਸਾਨੂੰ 5 ਬੰਦਿਆਂ ਨੂੰ ਅੰਦਰ ਭੇਜਿਆ। ਬਿਲਕੁਲ ਜੀ। ਤੇ ਜੇ ਉਹ ਬਾਹਰ ਖੜੇ ਸਾਰੇ ਜਣੇ ਕਹਿ ਰਹੇ ਅਸੀਂ ਸਿਰਫ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣਾ ਆ। ਸਰ, ਜਿੱਦਾਂ ਹੁਣ ਇਹ ਐਸਐਚਓ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਏਡੀਸੀ ਸਾਹਿਬ ਨੂੰ ਮਿਲੋ, ਕੀ ਤੁਸੀਂ ਏਡੀਸੀ ਸਾਹਿਬ ਨਾਲ ਮਿਲਣਾ ਚਾਹੁੰਦੇ ਆ ਕਿ ਡੀਸੀ ਸਾਹਿਬ ਨਾਲ ਹੀ ਮਿਲਣਾ ਤੁਸੀਂ? ਸਰ, ਕੋਈ ਐਕਸ਼ਨ ਨਹੀਂ ਸਰ, ਅਸੀਂ ਨਹੀਂ ਮਿਲਣਾ, ਅਸੀਂ ਪਹਿਲਾਂ ਵੀ ਡੀਸੀ ਸਾਹਿਬ ਨਾਲ ਮਿਲਣਾ। ਇੱਕ
ਕੋਈ ਵਾਅਦਾ ਨਹੀਂ ਹੋਣਾ ਕਿਉਂਕਿ ਇੱਥੇ ਇਹ ਪਤਾ ਲੱਗ ਰਿਹਾ ਸਾਹ ਕਿ ਸਰਕਾਰ ਔਰ ਇਹ ਸਕੂਲ ਮਾਫੀਆ ਰਲੇ ਹੋਏ ਨੇ ਆਪਸ ਵਿੱਚ। ਕੀ ਤੁਸੀਂ ਹੁਣ ਡੀਸੀ ਸਾਹਿਬ ਦਾ ਇੱਥੇ ਇੰਤਜ਼ਾਰ ਕਰੋਗੇ? ਸਰ ਚਾਹੇ 4 ਦਿਨ ਆਉਣ ਚਾਹੇ ਮਹੀਨਾ ਆਉਣਾ, ਅਸੀਂ ਇੱਥੇ ਬੈਠਾਂਗੇ। ਤੁਸੀਂ ਤਾਂ ਨਹੀਂ ਉੱਠੋਗੇ? ਨਹੀਂ ਉੱਠਾਂਗੇ, ਅਸੀਂ ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣਾ ਜੀ। ਅਸੀਂ ਰੋਡ ਜਾਮ ਕਰਾਂਗੇ, ਅਸੀਂ ਬੱਚਿਆਂ ਨੂੰ ਇਨਸਾਫ ਦਿਵਾਵਾਂਗੇ। ਸਾਡੇ ਬੱਚੇ ਜੋ ਸਾਹਿਬ ਅਸੀਂ ਸਾਰਾ ਪ੍ਰੋਟੈਸਟ ਜਿੰਨਾ ਵੀ ਕਰਕੇ ਆਏ ਆ ਸ਼ਾਂਤੀਮਈ ਢੰਗ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹੋਏ ਸ਼ਾਂਤਮਈ ਢੰਗ ਦੇ ਨਾਲ ਆਏ ਆ। ਸਾਰੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਸੀ, ਅਸੀਂ ਕਿਤੇ ਕੋਈ ਧੱਕਾ ਨਹੀਂ ਕਰਕੇ ਆਏ, ਕੋਈ ਹੜਦੰਗ ਨਹੀਂ ਕਰਕੇ ਆਏ ਜੀ, ਤੋੜਪਣ ਨਹੀਂ ਕੀਤੀ। ਤੇ ਜੇ ਆਮ ਨਾਗਰਿਕ ਦੇ ਨਾਲ ਇੱਕ ਮਿਡਲ ਕਲਾਸ ਦੇ ਨਾਲ ਸਾਡੀ ਗਵਰਨਮੈਂਟ ਸਾਡਾ ਡੀਸੀ ਸਾਹਿਬ ਖੜੇ ਨਹੀਂ ਹੋ ਸਕਦੇ ਤੇ ਅਸੀਂ ਕਿਹਦੇ ਕੋਲ ਜਾਣਾ? ਅਸੀਂ ਕਿੱਥੋਂ ਇਨਸਾਫ ਮੰਗੀਏ? ਸਾਨੂੰ ਤਾਂ ਇਨਸਾਫ ਦੇਣ ਵਾਲਾ ਫਿਰ ਕੋਈ ਹੈ ਹੀ ਨਹੀਂ। ਉਹਨਾਂ ਤੋਂ ਉੱਪਰ ਤਾਂ ਹੋਰ ਕੌਣ ਹੈ? ਸਰ ਤੁਸੀਂ ਜਵਾਬ ਦੋਗੇ ਇਹਨਾਂ ਦੇ ਪੇਰੈਂਟਸ ਦੇ ਜੋ ਮੁਸ਼ਕਲਾਂ ਦੇ ਵਿੱਚ ਨੇ? ਮੈਂ ਹੁਣੇ 5 ਮਿੰਟ ਹੋਏ ਨੇ ਏਡੀਸੀ ਸਾਹਿਬ ਨੂੰ ਮਿਲ ਕੇ ਆਇਆ ਸਰ, ਜਸਪ੍ਰੀਤ ਸਿੰਘ ਆਹ ਦੇਖੋ ਹੱਥ ਕਹਿੰਦੇ ਜੋੜ ਕੇ। ਇਹਨਾਂ ਦੇ ਜਿਹੜੇ 5 ਬੰਦੇ ਆ ਉਹ ਲੈ ਆਓ ਆਪਦਾ ਜੋ ਵੀ ਮੰਗ ਪੱਤਰ। ਪਰ ਪੇਰੈਂਟਸ ਦਾ ਕਹਿਣਾ ਹੈ ਕਿ ਅਸੀਂ ਏਡੀਸੀ ਸਾਹਿਬ ਨੂੰ ਨਹੀਂ ਮਿਲਣਾ, ਅਸੀਂ ਡੀਸੀ ਸਾਹਿਬ ਤੋਂ ਬਕਾਇਦਾ ਟਾਈਮ ਲਿਆ ਤੇ ਉਹ ਕਿੱਦਾਂ ਜਾ ਸਕਦੇ ਇਹ ਉੱਠ ਕੇ? ਅਗਰ ਡੀਸੀ ਸਾਹਿਬ ਨਹੀਂ ਸੁਣਨਗੇ ਫਿਰ ਪੇਰੈਂਟਸ ਕਿੱਥੇ ਜਾਣ ਤੁਸੀਂ ਦੱਸ ਦਿਓ। ਉਹਨਾਂ ਦੀ ਡਿਊਟੀ ਲਾਈ ਹੈ ਏਡੀਸੀ ਸਾਹਿਬ ਦੀ। ਦੇਖੋ ਕੈਪਟਨ ਸਾਹਿਬ ਦਾ ਵਾਰ-ਵਾਰ ਬਿਆਨ ਆ ਰਿਹਾ ਹਰੇਕ ਡੀਸੀ ਨੂੰ ਕਿ ਜੇ ਕੋਈ ਵੀ ਮੁਸ਼ਕਿਲ ਆ ਕੋਈ ਪ੍ਰੋਬਲਮ ਆ ਜ਼ਿਲ੍ਹਿਆਂ ਦੇ ਡੀਸੀ ਸੁਣਨਗੇ। ਬੈਠੇ ਸੁਣਨ ਵਾਸਤੇ ਬੈਠੇ ਉਹ ਏਡੀਸੀ ਸਾਹਿਬ ਬੈਠੇ ਪਰ ਇਹਨਾਂ ਦੀ ਮੰਗ ਹੈ ਡੀਸੀ ਸਾਹਿਬ ਨੂੰ ਮਿਲਣਾ ਤੇ ਡੀਸੀ ਸਾਹਿਬ ਨੂੰ ਤੁਸੀਂ ਕਿਉਂ ਨਹੀਂ ਬੁਲਾ ਰਹੇ ਹੋ? ਸਕੂਲ ਜਾਂਦੇ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਟਾਈਮ ਲੈ ਲਓ ਕਿੰਨੇ ਟਾਈਮ 'ਚ ਆ ਰਹੇ ਹੋ? ਉਹਨਾਂ ਚਿਰ ਵੇਟ ਕਰ ਲੈਂਦੇ ਇੱਥੇ। ਮੇਰੀ ਗੱਲ ਸੁਣੋ, ਉਹਨਾਂ ਦੱਸ ਦਿੱਤਾ ਗਿਆ ਏਡੀਸੀ ਸਾਹਿਬ ਨੂੰ ਜਦੋਂ ਕਹਿਣਗੇ ਫਿਰ ਉਹ ਬੁਲਾ ਲਾਂਗੇ। 5 ਮਿੰਟ ਪਹਿਲਾਂ ਤੁਸੀਂ ਖੁਦ ਕਹਿੰਦੇ ਹੋ 5 ਬੰਦੇ ਆ ਕੇ ਮਿਲੋ। ਉਹ ਤੋਂ ਬਾਅਦ ਤੁਸੀਂ ਉੱਠ ਕੇ ਚਲੇ ਜਾਂਦੇ ਹੋ। ਮਿਲੀ ਭਗਤ ਹੋ ਰਹੇ ਤੋਂ ਨਹੀਂ, ਕੀ ਹੈ? ਜਦੋਂ ਇਹਨਾਂ ਨੂੰ ਇੱਕ ਮਿੰਟ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਡੀਸੀ ਸਾਹਿਬ ਨਹੀਂ ਬੈਠੇ ਫਿਰ ਇਹਨਾਂ ਨੇ 5 ਬੰਦੇ ਅੰਦਰ ਕਿਉਂ ਬੁਲਾਏ? ਸਾਰੇ ਡੀਸੀ ਸਾਹਿਬ ਨੇ ਖੁਦ ਕਿਹਾ ਉਹਨਾਂ ਦੇ ਇਹਨਾਂ ਨੇ 5 ਬੰਦੇ ਅੰਦਰ ਕਿਉਂ ਬੁਲਾਏ? ਸਾਨੂੰ ਕਿਹਾ ਕਿ 5 ਬੰਦੇ ਇਹਨਾਂ ਦਾ 5 ਬੰਦੇ ਅੰਦਰ ਬੁਲਾਉਣ ਦਾ ਮਤਲਬ ਇਹ ਆ ਕਿ ਡੀਸੀ ਸਾਹਿਬ ਬੈਠੇ ਆ ਤਾਈਓ ਬੁਲਾਏ। ਇਹ ਬਾਹਰ ਕਹਿ ਦਿੰਦੇ ਗੱਲ, ਇਹ ਗੱਲ ਬਾਹਰ ਕਿਉਂ ਨਹੀਂ ਗਈ? ਇਹ ਗੱਲ ਬਾਹਰ ਕਹਿ ਸਕਦੇ ਸੀ ਕਿ ਡੀਸੀ ਸਾਹਿਬ ਨਹੀਂ ਬੈਠੇ, 5 ਅੰਦਰ ਬੁਲਾਏ। ਡੀਸੀ ਸਾਹਿਬ ਨੂੰ ਕੰਮ ਪੈ ਗਿਆ। ਜਦੋਂ ਤੁਸੀਂ ਪਹਿਲਾਂ ਤਾਂ 5 ਮਿੰਟ ਲਗਾ ਕੇ ਉੱਥੇ ਕਹਿ ਰਹੇ ਹੋ ਕਿ 5 ਬੰਦੇ ਆਓ, ਅਸੀਂ 5 ਬੰਦੇ ਦੀ ਸਿਲੈਕਸ਼ਨ ਕਰਕੇ ਆਉਨੇ ਜੀ, ਇਹ ਰਿਪਰੈਜ਼ੈਂਟ ਕਰਨਗੇ ਜੀ, ਔਰ 1.5 ਮਿੰਟ ਬਾਅਦ ਹੀ ਸਾਨੂੰ ਇਹ ਸੁਨੇਹਾ ਮਿਲਦਾ ਕਿ ਡੀਸੀ ਸਾਹਿਬ ਉੱਠ ਕੇ ਚਲੇ ਗਏ ਜੀ, ਉਹਨਾਂ ਨੂੰ ਕੋਈ ਜ਼ਰੂਰੀ ਕੰਮ ਗਿਆ। ਮੈਂ ਡੀਸੀ ਸਾਹਿਬ ਨੂੰ ਇੰਨਾ ਪੁੱਛਦਾ ਤੁਸੀਂ ਕਿੰਨੀ ਵਾਰ ਕਿਹੜੇ ਫੰਕਸ਼ਨ ਦੇ ਟਾਈਮ ਤੇ ਪਹੁੰਚੇ ਹੋ? ਅੱਜ ਤੁਹਾਡੇ ਕੋਲ 10 ਮਿੰਟ ਪੇਰੈਂਟ ਨੂੰ ਮਿਲਣ ਨੂੰ ਟਾਈਮ ਨਹੀਂ ਹੈਗਾ। ਮੈਂ ਸਪੈਸ਼ਲ ਲੁਧਿਆਣੇ ਤੋਂ ਚੱਲ ਕੇ ਆਇਆ ਜੀ, ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ। ਜਿੱਥੇ ਕਿਸੇ ਮਾਪੇ ਦੀ ਪ੍ਰੋਬਲਮ ਹੁੰਦੀ ਹੈ ਸਾਡੀ ਸਾਂਝਾ ਪੰਜਾਬ ਸਾਂਝੀ ਆਵਾਜ਼ ਟੀਮ ਜਾਂਦੀ ਉੱਥੇ, ਅਸੀਂ ਅੱਜ ਵੀ ਪਹੁੰਚੇ ਹਾਂ। ਇਹ ਸਾਡੇ ਸਾਰੇ ਪੇਰੈਂਟ ਦਾ ਸਾਂਝਾ ਮਸਲਾ ਜੀ, ਐਡਾ ਮਸਲਾ ਅੱਜ ਕਿਸਾਨੀ ਨਾਲੋਂ ਸੈਕੰਡ ਨੰਬਰ ਤੇ ਜਿਹੜਾ ਮਸਲਾ ਹੈ ਕੋਈ ਫੀਸਾਂ ਦਾ ਮਸਲਾ ਹੈ, ਪੇਰੈਂਟ ਦਾ ਮਸਲਾ ਹੈ। ਨੈਕਸਟ ਵੀਕ ਕਿਸਾਨ ਸਕੂਲ ਖੁੱਲ ਜਾਣੇ ਨੇ, ਐਡਮਿਸ਼ਨਾਂ ਲੈਣ ਲਈ ਅੱਜ ਪ੍ਰਾਈਵੇਟ ਸਕੂਲ ਪ੍ਰੈਸ਼ਰ ਬਣਾ ਰਹੇ, ਸਕੂਲ ਖੋਲ ਦਿਓ, ਸਕੂਲ ਖੋਲ ਦਿਓ। ਕਿਸੇ ਇੱਕ ਸਕੂਲ ਨੇ ਇਹ ਗੱਲ ਕਹੀ ਹੈ ਕਿ ਅਸੀਂ ਜ਼ਿੰਮੇਵਾਰੀ ਲੈਣੀ ਬੱਚਿਆਂ ਦੀ। ਭਾਈ ਸਾਹਿਬ ਸੈਲਫ ਡਿਕਲੇਰੇਸ਼ਨ ਅਸੀਂ ਲਈਏ ਕਿ ਸਾਡੇ ਬੱਚੇ ਨੂੰ ਕੁਝ ਹੋ ਗਿਆ ਤਾਂ ਅਸੀਂ ਜ਼ਿੰਮੇਵਾਰ ਹਾਂ। ਉਹ ਤੁਸੀਂ ਪੈਸੇ ਕੋਣ ਕਰਕੇ ਬੈਠੇ ਹੋ, ਕਮਰਸ਼ੀਅਲਾਈਜ਼ੇਸ਼ਨ ਕਰਨੀ ਹੁਣ ਬੱਚੇ ਕਰਨਾ। ਤੁਸੀਂ ਬੱਚਾ ਆਪਣੀ ਮਰਜ਼ੀ ਤੇ ਭੇਜ ਰਹੇ ਹੋ, ਟ੍ਰਾਇਲ ਸਾਰੇ ਹੁੰਦੇ ਆ ਕਿ ਹਾਂ ਅਗਰ ਤੁਸੀਂ ਤੁਹਾਡਾ ਬੱਚਾ ਹੁੰਦਾ ਤਾਂ ਤੁਸੀਂ ਜ਼ਿੰਮੇਵਾਰ ਹੋ, ਅਸੀਂ ਜ਼ਿੰਮੇਵਾਰ ਨਹੀਂ। ਅਸੀਂ ਬੱਸਾਂ ਦੀਆਂ ਫੀਸਾਂ ਵੀ ਦੇ ਰਹੇ, ਅਸੀਂ ਸਕੂਲਾਂ ਦੀਆਂ ਫੀਸਾਂ ਵੀ ਦੇ ਰਹੇ, ਅਸੀਂ ਬਿਲਡਿੰਗ ਫੰਡ ਵੀ ਦੇਵਾਂਗੇ। ਹੁਣ ਮਤਲਬ ਬੱਚਿਆਂ ਨੂੰ ਸਾਡੇ ਤੇ ਕੋਈ ਹੋ ਨਹੀਂ। ਜੇ ਅਸੀਂ 1 ਸਾਲ ਬਿਠਾ ਸਕਦੇ, ਅਸੀਂ 2 ਸਾਲ ਹੋਰ ਬੱਚੇ ਬਿਠਾ ਸਕਦੇ ਹਾਂ ਘਰ। ਅਸੀਂ ਫੀਸਾਂ ਨਹੀਂ ਦੇਣੀਆਂ ਤਾਂ ਨਹੀਂ ਦੇਣੀਆਂ। ਤੁਸੀਂ ਹੁਣ ਇਹ ਮੰਨਦੇ ਹੋ ਵੀ ਕਿਤੇ ਨਾ ਕਿਤੇ ਡੀਸੀ ਸਾਹਿਬ ਤੇ ਸਕੂਲਾਂ ਦੀ ਮਿਲੀ ਭਗਤ ਹੈ? ਬਿਲਕੁਲ ਸਰ, ਉਹ ਕਿਉਂ ਉੱਠ ਕੇ ਗਏ ਆ? ਕਿਉਂ ਉੱਠ ਕੇ ਗਏ ਆ? ਉਹ ਅਸੀਂ ਕੁਐਸਚਨ ਕਰਦੇ ਆ ਉਹਨਾਂ ਤੋਂ, ਕਿਉਂ ਉੱਠ ਕੇ ਗਏ ਆ? 1 ਮਿੰਟ ਜੇ ਅਸੀਂ ਅੰਦਰ ਐਂਟਰ ਕਰਨ ਤੋਂ ਬਾਅਦ ਨਾਲ ਹੀ ਉੱਠ ਕੇ ਚਲੇ ਗਏ ਆ। ਉਹ ਇਦਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਅਸੀਂ ਇਨਸਾਫ ਮੰਗ ਰਹੇ ਆਪਣੇ ਬੱਚਿਆਂ ਲਈ। ਕੀ ਉਹਨਾਂ ਦੇ ਬੱਚੇ ਨਹੀਂ ਹੈ? ਕਿ ਇਹ ਅਫਸਰਾਂ ਦੇ ਬੱਚੇ ਨਹੀਂ ਹੈਗੇ ਆ? ਅਸੀਂ ਨਾਰਮਲ ਮਿਡਲ ਕਲਾਸ, ਇਸ ਕਰਕੇ ਸਾਡੇ ਬੱਚਿਆਂ ਦਾ ਇਨਸਾਫ ਨਹੀਂ ਹੋ ਰਿਹਾ। ਸਰ ਡੀਸੀ ਸਾਹਿਬ ਪੁਲਿਸ ਡੀਏਵੀ ਸਕੂਲ ਮੁਰਦਾਬਾਦ, ਪ੍ਰਸ਼ਾਸਨ ਦੀ ਨੀਂਹ ਮੁਰਦਾਬਾਦ, ਮੁਰਦਾਬਾਦ। ਸਾਡੇ ਬੱਚੇ ਛੋਟੇ ਇਕੱਲੇ ਘਰ ਬੈਠੇ ਆ, ਜੇ ਉਹਨਾਂ ਨੂੰ ਕੁਝ ਵੀ ਹੋ ਗਿਆ ਤੇ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਆ। ਮੈਂ ਤੁਹਾਨੂੰ ਕਹਿੰਦਾ ਮੈਂ ਆਤਮ ਹੱਤਿਆ ਕਰੂੰਗਾ, ਮੈਂ ਮਰੂੰਗਾ ਇੱਥੇ। ਜੇ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ, ਮੈਂ ਗੁੰਡਾਗਰਦੀ ਇਹ ਨਹੀਂ ਚੱਲਣ ਦੇਣੀ, ਕਿਸੇ ਦੀ ਬਰਦਾਸ਼ਤ ਨਹੀਂ ਕਰਨੀ। ਮੈਨੂੰ ਮਾਰ ਦਿਓ, ਗੋਲੀ ਮਾਰ ਦਿਓ, ਮੇਰੇ ਮਾਰੋ ਗੋਲੀਆਂ ਜਿਹਨੇ ਮਾਰਨੀਆਂ। ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਇਹਨਾਂ ਦੇ ਬੱਚੇ ਨਹੀਂ ਹੈਗੇ? ਕਿਉਂ ਸਾਡੇ ਨਾਲ ਕਿਉਂ? ਮੇਰੀ ਤੀਸਰੀ ਕਲਾਸ 'ਚ ਬੱਚੀ ਪੜ੍ਹਦੀ ਆ, ਕੱਲੀ ਘਰ ਬੈਠੀ ਆ। ਜੇ ਉਸ ਬੱਚੀ ਨੂੰ ਕੁਝ ਵੀ ਹੋ ਗਿਆ, ਕੋਈ ਹਬੀ ਨਬੀ ਹੋ ਗਈ ਤਾਂ ਮੈਂ ਆਤਮ ਹੱਤਿਆ ਕਰੂੰਗਾ, ਚੌਂਕ 'ਚ ਕਰੋਗੇ। ਸੋ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਵੀ ਇਹ ਸਭ ਦੇ ਮੈਨੂੰ ਮਜਬੂਰ ਨਾ ਕਰਿਓ। ਮਜਬੂਰ ਕਰਦੇ ਪਏ ਆ, ਸਾਰੇ ਮਜਬੂਰ ਕਿਉਂ ਕਰਦੇ ਪਏ ਆ? ਦੇਖ ਸਕਦੇ ਹੋ ਕਿ ਦੇਖੋ ਮਾਂ-ਬਾਪ ਦਿਖਾ ਰਹੇ ਨੇ ਕਿ ਬੱਚੇ ਨੂੰ ਉਹਨਾਂ ਦੇ ਗਰੁੱਪ ਦੇ ਵਿੱਚੋਂ ਰਿਵਾਜ ਖੜੇ ਹੋ ਰਹੇ ਨੇ। ਥੋੜਾ ਮਰ ਕਰੋ, ਇੱਕੋ ਵਾਰ ਮਰਨਾ ਚੰਗਾ ਆ। ਮੈਂ ਤਾਂ ਇੱਥੇ ਤੱਕ ਕਹੂੰਗਾ ਜੀ, ਮੈਂ ਆਪਣੇ ਜੋ ਫੀਸਾਂ ਵੀ ਹੈਗੀਆਂ, ਜੇ ਪੰਜਾਬੀ ਦਾ ਲੱਗ ਫੀਸਾਂ ਪੜ੍ਹੀਏ ਨਾ, ਉਹਦੇ 'ਚ ਅੱਖਰਾਂ ਦਾ ਮਾੜਾ ਜਿਹਾ ਹੇਰ ਫੇਰ ਹੈ।
ਕੰਨੇ ਤੇ ਸਿਆਰੀ ਤੇ ਬਿੰਦੀ ਦਾ ਫਰਕ ਹੈ। ਫੀਸਾਂ ਛੱਡੋ, ਸਿੱਧੀ ਫਾਂਸੀ ਦਿਓ ਸਾਨੂੰ। ਬਿਲਕੁਲ ਜੀ, ਤੁਸੀਂ ਉਹਨੂੰ ਫੀਸਾਂ ਨੂੰ ਤੇ ਫਾਂਸੀ ਨੂੰ ਕੰਪੇਅਰ ਕਰਕੇ ਦੇਖ ਲਓ। ਅਸੀਂ ਕਹਿੰਦੇ ਆ ਉਹ ਛੱਡੋ ਯਾਰ, ਹਾਈ ਕੋਰਟ ਸਿੱਧਾ ਸੁਪਰੀਮ ਕੋਰਟ ਆਰਡਰ ਕਰੇ, ਜਿੰਨੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਉਹਨਾਂ ਦੇ ਪੇਰੈਂਟਸ ਨੂੰ ਫਾਂਸੀ ਲਾ ਦਿਓ ਜੀ। ਹੋਰ ਕੀ ਕਰ ਸਕਦੇ ਹੋ ਅਸੀਂ? ਸਾਡੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਯਾਰ, ਫੈਸਲਾ ਕਰਨਾ ਇਨਸਾਫ ਨਾਲ ਬੜੀ ਬਾਤ ਦੀ ਗੱਲ ਹੈ। ਡੀਸੀ ਦਾ ਮਾਈ ਬਾਪ ਨੇ ਯਾਰ ਆਪਣੇ ਸ਼ਹਿਰ ਦੇ, ਆਪਣੇ ਜ਼ਿਲ੍ਹੇ ਦੇ ਯਾਰ, ਕਮਾਲ ਦੀ ਗੱਲ ਹੈ। ਇਸ ਤੋਂ ਬਾਅਦ ਧੱਕੇਸ਼ਾਹੀ ਨਹੀਂ ਹੋ ਸਕਦੀ। ਕਿ ਰੈਲੀ ਨਿਕਲ ਰਹੀ ਹੈ, ਪੇਰੈਂਟਸ ਦੀ ਰੈਲੀ ਨਿਕਲ ਰਹੀ ਹੈ, ਉਹਦੇ ਵਿੱਚ ਬੱਚੇ ਵੀ ਹੈ, ਸਾਡੀ ਨਾ ਸਹੀ, ਸਾਡੇ ਬੱਚਿਆਂ ਦੀ ਤਸਵੀਰ ਜਾਵੇ। ਸਾਡੇ ਬੱਚੇ ਖੁਦ ਇਨਸਾਫ ਮੰਗਦੇ ਪਏ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਸਾਡੇ ਬੱਚੇ ਬਾਹਰ ਖੜੇ ਧੁੱਪ ਦੇ ਵਿੱਚ, ਸਾਡੇ ਬੱਚਿਆਂ ਦਾ ਨਹੀਂ ਸੋਚਿਆ, ਸਾਡੇ ਬੱਚਿਆਂ ਨੂੰ ਤਾਂ ਇਨਸਾਫ ਦਿਓ, ਉਹਨਾਂ ਦੇ ਵੀ ਬੱਚੇ ਹੈ, ਸਾਡੇ ਬੱਚੇ ਛੋਟੇ ਹੈ, ਆਪਾਂ ਇੱਥੇ ਬੈਠੇ ਹਾਂ, ਇੱਥੇ ਧਰਨਾ ਦੇਵਾਂਗੇ, ਪਰ ਅਸੀਂ ਮਿਲ ਕੇ ਦੇਵਾਂਗੇ ਤੁਸੀਂ ਇੱਥੇ ਕਾਤਾ ਤੇ ਬੈਠੇ ਰਹੋਗੇ, ਕਾਤਾ ਦੇ ਕੰਮ ਨਹੀਂ ਹੈ। ਹਾਂਜੀ, ਅਸੀਂ ਸਭ ਮਿਲ ਕੇ ਜਦ ਤੱਕ ਉਹ ਡਾਇਰੈਕਸ਼ਨ ਨਹੀਂ ਕਰ ਦਿੰਦੇ ਪ੍ਰਾਈਵੇਟ ਸਕੂਲਾਂ ਨੂੰ, ਤਦ ਤੱਕ ਅਸੀਂ ਅੱਗੇ ਉੱਠਣਾ ਨਹੀਂ ਹੈ। ਅਸੀਂ ਡਾਇਰੈਕਸ਼ਨਾਂ ਕਰਾ ਕੇ ਉੱਠਣਾ ਹੈ ਪ੍ਰਾਈਵੇਟ ਸਕੂਲਾਂ ਦੇ ਖਿਲਾਫ, ਜਿਹੜਾ ਇਹਨਾਂ ਨੇ ਗੁੰਡਾਗਰਦੀ ਕੀਤੀ ਹੋਈ ਹੈ। ਅਸੀਂ ਕੱਲਾ ਮੈਮੋਰੰਡਮ ਨਹੀਂ ਦੇਣਾ, ਅਸੀਂ ਚਿੱਠੀਆਂ ਕਢਾ ਕੇ ਉੱਠਣਾ ਹੈ। ਅਸੀਂ ਉੱਠਣਾ ਨਹੀਂ ਕਰਦਾ ਜਦੋਂ ਤੱਕ ਚਿੱਠੀਆਂ ਨਹੀਂ ਕਰ ਦੇਣਗੇ। ਬਿਲਕੁਲ ਜੀ, ਮਾਂ-ਬਾਪ ਦਾ ਗੁੱਸਾ ਆ, ਮਾਂ-ਬਾਪ ਦਾ ਗੁੱਸਾ ਆ, ਇਸ ਵਕਤ ਇਸ ਲੈਵਲ ਤੱਕ ਆ ਕੇ ਬਿਲਕੁਲ ਸਹੀ ਹੈ ਜੀ। ਇਸ ਟਾਈਮ ਮਾਂ-ਬਾਪ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਸਕੂਲ ਦੀਆਂ ਫੀਸਾਂ ਦੇ ਲਈ ਭੜਕੇ ਹੋਏ ਨੇ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਡੀਸੀ ਸਾਹਿਬ ਇੱਥੋਂ ਜਾ ਚੁੱਕੇ ਨੇ ਔਰ ਪੇਰੈਂਟਸ ਦਾ ਕਹਿਣਾ ਹੈ ਕਿ ਅਸੀਂ ਇਸ ਤੋਂ ਨਹੀਂ ਹਿੱਲਾਂਗੇ ਉਹਨਾਂ ਚਿਰ ਜਿੰਨਾ ਚਿਰ ਡੀਸੀ ਸਾਹਿਬ ਸਾਨੂੰ ਨਹੀਂ ਮਿਲਣਗੇ। ਜਿੰਨਾ ਚਿਰ ਸਾਨੂੰ ਡੀਸੀ ਸਾਹਿਬ ਨਹੀਂ ਮਿਲਣਗੇ ਅਸੀਂ ਇਸ ਜਗ੍ਹਾ ਤੋਂ ਨਹੀਂ ਹਿੱਲਾਂਗੇ, ਅਸੀਂ ਇੱਥੇ ਬੈਠਾਂਗੇ, ਅਸੀਂ ਡੀਸੀ ਸਾਹਿਬ ਦਾ ਇੰਤਜ਼ਾਰ ਕਰਾਂਗੇ। ਤੁਸੀਂ ਦੇਖ ਰਹੇ ਹੋ ਪੇਰੈਂਟਸ ਔਰ ਇਸ ਤੋਂ ਬਾਹਰ ਵੀ ਬਹੁਤ ਹੀ ਤਾਦਾਦ ਦੇ ਵਿੱਚ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਲੈ ਕੇ ਖੜੇ ਨੇ ਜੋ ਪ੍ਰਾਈਵੇਟ ਸਕੂਲ ਮਾਫੀਆ ਚਲਾ ਰਹੇ ਨੇ, ਜੋ ਸਕੂਲ ਦੀਆਂ ਫੀਸਾਂ ਮੰਗ ਰਹੇ, ਉਹਨਾਂ ਦੇ ਖਿਲਾਫ ਅੱਜ ਪੇਰੈਂਟਸ ਇਕੱਠੇ ਹੋ ਕੇ ਡੀਸੀ ਦਫ਼ਤਰ ਦੇ ਵਿੱਚ ਹਨ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ। ਪੇਰੈਂਟਸ ਦਾ ਗੁੱਸਾ ਇਸ ਗੱਲ ਦਾ ਹੀ ਹੈ ਕਿ ਜਦੋਂ ਇਹਨਾਂ ਨੂੰ ਅੰਦਰ ਬੁਲਾਇਆ ਗਿਆ ਕਿ ਤੁਸੀਂ 5 ਪਰਸਨ ਅੰਦਰ ਆ ਜਾਓ ਕਿ ਤੁਹਾਨੂੰ ਡੀਸੀ ਸਾਹਿਬ ਮਿਲਣਗੇ। ਜਦੋਂ 5 ਪਰਸਨ ਅੰਦਰ ਆਉਂਦੇ ਨੇ, ਇਹਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਅੰਦਰ ਆਏ ਆ ਔਰ ਉਸ ਤੋਂ ਬਾਅਦ ਜਦੋਂ ਅੰਦਰ ਆਉਂਦੇ ਆ ਤੇ ਅੰਦਰ ਆ ਕੇ ਇਹਨਾਂ ਨੂੰ ਪਤਾ ਚੱਲਦਾ ਹੈ, ਮੁਲਾਜ਼ਮ ਦੱਸਦੇ ਨੇ ਕਿ ਡੀਸੀ ਸਾਹਿਬ ਇੱਥੋਂ ਉੱਠ ਕੇ ਜਾ ਚੁੱਕੇ ਨੇ, ਡੀਸੀ ਸਾਹਿਬ ਨਹੀਂ ਹਨ। ਜੇ ਡੀਸੀ ਸਾਹਿਬ ਨਹੀਂ ਬੈਠੇ ਸੀ ਇਹ ਗੱਲ ਇਹਨਾਂ ਨੂੰ ਬਾਹਰ ਹੀ ਕਹੀ ਜਾ ਸਕਦੀ ਸੀ, ਪਰ ਬਾਹਰ ਇਹਨਾਂ ਨੂੰ ਨਹੀਂ ਦੱਸਿਆ ਗਿਆ। ਇਸ ਗੱਲ ਦਾ ਜਲੰਧਰ ਡੀਸੀ ਸਾਹਿਬ ਨੂੰ ਜਵਾਬ ਦੇਣਾ ਪਏਗਾ। ਉਹਨਾਂ ਨੇ ਕਿਉਂ ਨਹੀਂ ਸੁਣਿਆ ਇਹਨਾਂ ਨੂੰ? ਘੰਟੇ ਦਾ ਟਾਈਮ ਦਿੰਦੇ ਆ ਡੀਸੀ ਸਾਹਿਬ ਇੱਥੇ ਆ ਜਾਣ, ਨਹੀਂ ਤਾਂ ਅਸੀਂ ਮਰਨ ਵਰਤ ਤੇ ਬਹਿ ਜਾਣਾ। ਫਿਰ ਸਾਡੇ ਕੋਲ ਆ ਜਾਂਦੀ ਚੱਲ ਕੇ, ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ। ਪਹਿਲਾਂ ਇਹ ਗੱਲ ਕਹੀ ਜਾਂਦੀ 5 ਮਿੰਟ ਬਾਅਦ ਹੀ ਡੀਸੀ ਸਾਹਿਬ ਨੂੰ ਕੰਮ ਪੈ ਜਾਂਦਾ। ਅਸੀਂ ਕਹਿੰਦੇ ਆ ਡੀਸੀ ਸਾਹਿਬ ਨੂੰ ਕੰਮ ਪੈ ਸਕਦਾ ਹੈਗਾ, ਠੀਕ ਹੈ। ਅਗਰ ਪੇਰੈਂਟਸ ਮਿਲਣ ਆ ਰਹੇ ਨੇ ਘੱਟ ਤੋਂ ਘੱਟ ਪੇਰੈਂਟਸ ਨੂੰ ਮਿਲਣਾ ਤਾਂ ਚਾਹੀਦਾ ਹੈਗਾ। ਨੈਕਸਟ ਪ੍ਰੋਗਰਾਮ ਤੇ ਤੁਸੀਂ ਕੋਈ ਜਾਣਾ, ਦੁਬਾਰਾ ਟਾਈਮ ਦੇਣਾ ਚਾਹੀਦਾ ਕਿ ਮੈਂ 10 ਮਿੰਟ ਲੇਟ ਆਉਂਗਾ ਜੀ। ਸਾਰੇ ਬੰਦੇ ਨੂੰ ਤਿਆਰ ਹੋਣਗੇ। ਬਿਲਕੁਲ। ਕੱਲ ਸਾਡੇ ਕਿਸੇ ਫੰਕਸ਼ਨ ਤੇ ਪੇਰੈਂਟਸ ਦੇ ਫੰਕਸ਼ਨ ਤੇ ਆਉਣਾ ਹੋਵੇ, ਡੀਸੀ ਸਾਹਿਬ ਕਹਿੰਦੇ ਯਾਰ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ, ਮੈਂ 10 ਮਿੰਟ ਲੇਟ ਹੋ ਜਾਊਂਗਾ। ਬਿਲਕੁਲ ਕੋਈ ਐਮਰਜੈਂਸੀ ਡੀਸੀ ਸਾਹਿਬ ਨੂੰ ਵੀ ਕੰਮ ਪੈ ਸਕਦਾ ਹੈ, ਉਹਨਾਂ ਦੀ ਕੋਈ ਡਿਊਟੀ ਲੱਗ ਸਕਦੀ ਹੈ, ਪਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮੌਕੇ ਤੇ ਆਉਣ, ਕਿਸੇ ਨੂੰ ਭੇਜਣ ਤਾਂ ਕਿ ਇਹਨਾਂ ਨੂੰ ਨੈਕਸਟ ਟਾਈਮ ਦਿੱਤਾ ਜਾਵੇ। ਸਰ ਅੱਧਾ ਘੰਟਾ ਹੋ ਚੱਲਿਆ, ਬਹੁਤ ਵੱਡੀ ਗੱਲ ਦੇਖੋ, ਬੜੀ ਹੈਰਾਨੀ ਦੀ ਗੱਲ। ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੈ, ਹਾਲੇ ਤੱਕ ਕੋਈ ਡੀਸੀ ਸਾਹਿਬ ਦੇ ਵੱਲੋਂ ਕੋਈ ਆਨਸਰ ਨਹੀਂ ਆਇਆ, ਕੋਈ ਜਵਾਬ ਨਹੀਂ ਆ ਰਿਹਾ। ਜੀ ਅੱਜ ਕੱਲ੍ਹ ਮੋਬਾਈਲ ਫੋਨ ਕਿਸੇ ਦੇ ਹੱਥ 'ਚ ਨਹੀਂ ਹੈਗਾ, ਡੀਸੀ ਸਾਹਿਬ ਕੋਲੇ ਹੌਟਲਾਈਨ ਨਹੀਂ ਹੈਗੀ, ਇੱਥੋਂ ਦੇ ਅਧਿਕਾਰੀ ਕੋਲੇ ਕਿਸੇ ਕੋਲੇ ਡੀਸੀ ਸਾਹਿਬ ਦਾ ਨੰਬਰ ਨਹੀਂ ਹੈਗਾ ਕਿ ਉਹਨਾਂ ਨੂੰ ਇਨਫੋਰਮ ਕਰਨ ਕਿ ਪੇਰੈਂਟਸ ਤੁਹਾਨੂੰ ਮਿਲਣਾ ਚਾਹੁੰਦਾ। ਸਰ ਕੀ ਉਹਨਾਂ ਨੂੰ ਜਵਾਬ ਦਈਏ, ਕੀ ਉਹਨਾਂ ਨੂੰ ਵੇਟ ਕਰ ਲਈਏ? ਬੱਚੇ ਨਾਲ ਆਏ ਨੇ, ਲੇਡੀਜ਼ ਨਾਲ ਆਈਆਂ ਨੇ, ਜਿਹੜੇ ਲੇਡੀਜ਼ ਆਈਆਂ ਉਹਨਾਂ ਦੇ ਬੱਚੇ ਘਰ ਇਕੱਲੇ ਬੈਠੇ ਨੇ। ਆਇਆ ਇੰਟੀਮੇਸ਼ਨ ਗਈ ਆ, ਉਹਨਾਂ ਨੂੰ ਕੱਲ ਦਾ ਸ਼ਡਿਊਲ ਵੀ ਦੱਸਿਆ ਹੋਇਆ ਸੀ। ਹਫ਼ਤੇ ਤੋਂ ਨੇ ਅੰਦਰ ਜਾ ਕੇ ਦੱਸਿਆ ਬਿਲਕੁਲ ਸਰ। ਸਵੇਰ ਦੇ ਮੈਨੂੰ ਘੱਟੋ ਘੱਟ 5 ਪੁਲਿਸ ਅਫਸਰਾਂ ਦੇ ਫੋਨ ਆ ਚੁੱਕੇ ਆ, ਪ੍ਰਸ਼ਾਸਨਿਕ ਫੋਨ ਆ ਚੁੱਕੇ। ਤੁਸੀਂ ਕਿੰਨੇ ਵਜੇ ਤੱਕ ਕਿੱਦਾਂ ਪਹੁੰਚਣਾ, ਸਾਰਾ ਸ਼ਡਿਊਲ ਉਹਨਾਂ ਨੂੰ ਪਤਾ ਆ। ਅਸੀਂ ਉੱਥੋਂ ਤੁਰਦੇ ਆ ਰਹੇ, ਸਾਰੇ ਚੌਂਕਾਂ ਤੋਂ ਹੋ ਕੇ ਆ ਰਹੇ ਆ। ਇਹ ਕਿੱਦਾਂ ਕਹਿ ਸਕਦੇ ਕਿ ਉਹਨਾਂ ਨੂੰ ਪਤਾ ਨਹੀਂ ਹੈ? 5 ਪਹਿਲੇ ਕਹਿੰਦੇ 5 ਜਣੇ ਅੰਦਰ ਆ ਜਾਓ, ਫਿਰ ਕਹਿੰਦੇ ਸਾਰੇ ਪੇਰੈਂਟਸ ਸੀਗੀ ਸੀਆਈਡੀ ਨਾਲ ਸਾਡੇ ਕੱਲ੍ਹ ਅਖਬਾਰਾਂ 'ਚ ਦਿੱਤੇ ਆ, ਉਹਨਾਂ ਨੂੰ ਰਿਟਰਨ ਇੰਟੀਮੇਸ਼ਨ ਗਏ, ਈਮੇਲਸ ਗਏ ਹੋਏ ਆ। ਇੱਥੇ ਆ ਕੇ ਉਹ ਕਹਿੰਦੇ 5 ਮਿੰਟ ਅੰਦਰ ਆਣਾ, ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਦੇ ਪਏ ਹੋ, ਹੋਰ ਕੁਝ ਨਹੀਂ ਹੈ ਜੀ। ਆਣਾ ਉਹਨਾਂ ਨੂੰ ਕਹਿਣਾ ਹੈ। ਤੁਸੀਂ ਰੋਡ
ਰੱਖੋ, ਕੋਈ ਗੱਲ ਨਹੀਂ ਭਾਜੀ, ਆਪਾਂ ਇੱਥੇ ਧਰਨਾ ਲਾਇਆ ਹੋਇਆ, ਅਸੀਂ ਉੱਠਣਾ ਨਹੀਂ। ਅਫਸਰ ਨੂੰ ਇੱਧਰ ਭੇਜ ਦਿਓ ਭਾਜੀ, ਡੀਸੀ ਸਾਹਿਬ ਦੇ ਕੋਲ ਬੈਠੇ ਹੋਏ ਅਸੀਂ। ਇਹ ਸਮਝੋ ਸਾਡੀ ਏਕਤਾ ਤੋੜ ਦੇਣੀ ਇਹਨਾਂ ਨੇ, ਔਖਾ ਹੋ ਜਾਣਾ, ਆਪਾਂ ਦੋਨੋਂ ਪਾਸੇ ਬੈਠੇ ਹੋਏ, ਬੈਠੇ ਰਹਿਣ ਦਿਓ। ਤੁਸੀਂ ਬਾਹਰਲਾ ਮੋਰਚਾ ਸੰਭਾਲ ਕੇ ਹਾਂਜੀ ਉਹ ਭਾਜੀ ਕੋਈ ਨਹੀਂ, ਤੁਸੀਂ ਰੋਡ ਤੇ ਬੈਠੋ, ਅਸੀਂ ਅੰਦਰ ਬੈਠੇ ਹੋਏ, ਅੰਦਰ ਵੀ ਹੋਣਾ ਜ਼ਰੂਰੀ ਹੈ ਭਾਜੀ, ਤੁਸੀਂ ਸਮਝਿਆ ਕਰੋ ਗੱਲ ਨੂੰ। ਡੀਸੀ ਸਾਹਿਬ ਆਉਗੇ, ਆਪੇ ਹੀ ਆਉਗੇ, ਡੀਸੀ ਸਾਹਿਬ ਨੂੰ ਆਉਣਾ ਪੈਣਾ, ਉਹਨਾਂ ਦਾ ਫਰਜ਼ ਹੈ।